स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। 4 ਜ਼ਿਮਨੀ ਚੋਣਾਂ ਆ ਰਹੀਆਂ ਨੇ ਔਰ ਇਹਨਾਂ ਚੋਣਾਂ ਦੇ ਵਿੱਚ ਕਈ ਤਾਂ ਇਹਨੂੰ ਕਹਿ ਰਹੇ ਨੇ ਕਿ 2022 ਤੋਂ ਪਹਿਲਾਂ ਦਾ ਇਹ ਸੈਮੀਫਾਈਨਲ ਹੈ। ਕੋਈ ਕਹਿ ਰਿਹਾ ਕਿ ਰਿਪੋਰਟ ਕਾਰਡ ਚੈੱਕ ਕੀਤੀ ਜਾਏਗੀ ਕਿ 2.5 ਸਾਲਾਂ ਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਕੀ ਰਹੀ ਹੈ ਔਰ ਕਈ ਕਹਿ ਰਹੇ ਨੇ ਕਿ ਵਿਰੋਧੀ ਧਿਰਾਂ ਦੇ ਵਿੱਚ ਕਿੰਨਾ ਕੁ ਦਮਖਮ ਰਹਿ ਗਿਆ, ਕਿੰਨੇ ਤਿਲਾਂ ਦੇ ਵਿੱਚ ਤੇਲ ਹੈ, ਉਹ ਚੈੱਕ ਕੀਤਾ ਜਾਏਗਾ ਨਾ 4 ਵਿਧਾਨ ਸਭਾਵਾਂ ਦੇ ਵਿੱਚ। ਹਾਲਾਂਕਿ ਜਿਨ੍ਹਾਂ ਨੇ ਇਹ ਸੀਟਾਂ ਜਿੱਤੀਆਂ ਨੇ ਕੋਸ਼ਿਸ਼ ਉਹਨਾਂ ਦੀ ਇਹ ਰਹੇਗੀ ਕਿ ਆਪਣੇ ਕਿਲੇ ਬਚਾ ਕੇ ਰੱਖਣ, ਪਰ ਕਿੰਨਾ ਕੁ ਜਨਤਾ ਦੇ ਵਿੱਚ ਜਾ ਕੇ ਵਿਚਰਨਗੇ ਤਾਂ ਹੀ ਪਤਾ ਲੱਗੂਗਾ ਕਿ ਵੋਟਾਂ ਕਿਸ ਵੱਲ ਕਿੰਨੀਆਂ ਜਾਂਦੀਆਂ ਨੇ। ਦਾਖਾਂ, ਜਲਾਲਾਬਾਦ, ਮੁਕੇਰੀਆਂ ਤੇ ਫਗਵਾੜਾ ਇਹ 4 ਅਹਿਮ ਸੀਟਾਂ ਨੇ ਜਿੱਥੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਔਰ ਸਾਰੀਆਂ ਪਾਰਟੀਆਂ ਇਸ ਤੇ ਆਪਣਾ ਪੂਰਾ ਜ਼ੋਰ ਦਮਖਮ ਲਗਾ ਰਹੀਆਂ ਨੇ। ਸਾਡੇ ਖਾਸ ਮਹਿਮਾਨ ਮੌਜੂਦ ਨੇ ਇਸ ਪੂਰੇ ਮੁੱਦੇ ਤੇ ਚਰਚਾ ਕਰਨ ਲਈ। ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ, ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ, ਮਲਵਿੰਦਰ ਸਿੰਘ ਕੰਗ ਸਾਹਿਬ ਬੁਲਾਰ ਨੇ ਪੰਜਾਬ ਬੀਜੇਪੀ ਦੇ, ਨੀਲ ਗਰਗ ਸਾਹਿਬ ਬੁਲਾਰ ਨੇ ਆਮ ਆਦਮੀ ਪਾਰਟੀ ਦੇ, ਬੂਟਾ ਸਿੰਘ ਬਰਾਗੀ ਸਾਹਿਬ ਬੁਲਾਰ ਨੇ ਪੀਡੀਏ ਦੇ, ਪ੍ਰੋਫੈਸਰ ਮਨਜੀਤ ਸਿੰਘ ਜੀ ਸਿਆਸੀ ਮਾਹਰ ਨੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਥੋੜ੍ਹੇ ਜਿਹੇ ਇੱਕ ਚਾਨਣਾ ਪਾ ਦਈਏ ਕਿ ਸਾਲ 2017 ਦੇ ਵਿੱਚ ਇਹਨਾਂ 4 ਸੀਟਾਂ ਦੇ ਕੀ ਨਤੀਜੇ ਰਹੇ ਸੀਗੇ, ਫਿਰ ਆਪਾਂ ਅੱਗੇ ਵਧਦੇ ਹਾਂ। ਜਿਹੜਾ ਦਾਖਾਂ ਵਿਧਾਨ ਸਭਾ ਹਲਕਾ ਹੈਗਾ ਉੱਥੇ ਆਮ ਆਦਮੀ ਪਾਰਟੀ ਨੇ ਮੋਰਚਾ ਮਾਰਿਆ ਸੀ ਔਰ ਦੂਜੇ ਨੰਬਰ ਤੇ ਅਕਾਲੀ ਦਲ ਰਿਹਾ ਸੀ, ਤੀਜੇ ਨੰਬਰ ਤੇ ਕਾਂਗਰਸ ਰਹੀ ਸੀ, ਯਾਨੀ ਕਿ ਸੱਤਾ ਧਿਰ ਤੀਜੇ ਨੰਬਰ ਤੇ। ਜਲਾਲਾਬਾਦ ਦੇ ਵਿੱਚ ਅਕਾਲੀ ਦਲ ਨੇ ਮੋਰਚਾ ਮਾਰਿਆ, ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਰਹੀ, ਇੱਥੇ ਵੀ ਕਾਂਗਰਸ ਤੀਜੇ ਨੰਬਰ ਤੇ ਰਹੀ ਸੀ। ਮੁਕੇਰੀਆਂ ਦੇ ਵਿੱਚ ਕਾਂਗਰਸ ਜਿੱਤੀ ਸੀ, ਬੀਜੇਪੀ ਦੂਜੇ ਸਥਾਨ ਤੇ ਰਹੀ ਸੀ ਤੇ ਆਮ ਆਦਮੀ ਪਾਰਟੀ ਤੀਜੇ ਸਥਾਨ ਤੇ। ਫਗਵਾੜਾ ਦੇ ਵਿੱਚ ਬੀਜੇਪੀ ਜਿੱਤੀ ਔਰ ਇੱਥੇ ਦੂਜੇ ਸਥਾਨ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਤੀਜੇ ਸਥਾਨ ਤੇ, ਯਾਨੀ ਕਿ 2 ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਤੀਜੇ ਸਥਾਨ ਸੀ, 2 ਸੀਟਾਂ ਤੇ ਕਾਂਗਰਸ ਤੀਜੇ ਸਥਾਨ ਤੇ ਸੀਗੀ। ਇਹ ਜਿਹੜਾ 2017 ਦਾ ਸਮੀਕਰਨ ਹੈ, ਇਹ ਸਮੀਕਰਨ ਕਿੰਨਾ ਬਣੇਗਾ ਵਿਗੜੇਗਾ ਇਸ ਤੇ ਵੀ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਚੀਮਾ ਸਾਹਿਬ, ਮੈਂ ਤੁਹਾਡੇ ਤੋਂ ਰਿਐਕਸ਼ਨ ਜਾਣਨਾ ਚਾਹਨਾ, ਜਿਹੜੀਆਂ ਇਹ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ, ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਕੀ ਮੁੱਖ ਤੌਰ ਤੇ ਰਹਿਣ ਵਾਲਾ, ਕਿਉਂਕਿ ਇਹ ਬਿਲਕੁਲ ਸੈਂਟਰ ਦੇ ਵਿੱਚ ਆਈਆਂ ਨੇ। 2.5 ਸਾਲ ਦਾ ਕਾਰਜਕਾਲ ਨਿਕਲ ਗਿਆ ਕਾਂਗਰਸ ਪਾਰਟੀ ਦੀ ਸਰਕਾਰ ਦਾ। ਹੁਣ ਇਹਨਾਂ 2.5 ਸਾਲਾਂ ਦੇ ਵਿੱਚ ਜਾਂ ਤਾਂ ਸਰਕਾਰ ਆਪਣੀਆਂ ਪ੍ਰਾਪਤੀਆਂ ਗਣਾਏਗੀ ਜਾਂ ਵਿਰੋਧੀ ਧਿਰ ਉਹਨਾਂ ਦੀਆਂ ਨਲਾਇਕੀਆਂ ਗਣਾਏਗਾ। ਜੇ ਨਲਾਇਕੀਆਂ ਗਣਾਏਗਾ ਵੀ ਤੇ ਕਿਹੜਾ ਉਹ ਆਧਾਰ ਹੈ ਕਿ ਵੋਟਾਂ ਤੁਹਾਨੂੰ ਪੈਣ? ਦੇਖੋ ਹਰਪ੍ਰੀਤ ਜੀ, ਹਮੇਸ਼ਾ ਹੀ ਇਲੈਕਸ਼ਨਾਂ ਦੇ ਵਿੱਚ ਖਾਸ ਤੌਰ ਤੇ ਜਦੋਂ ਸੂਬੇ ਦੀ ਬਾਈ ਇਲੈਕਸ਼ਨ ਹੁੰਦੀ ਹੈ ਤੇ ਉਸ ਵੇਲੇ ਜਿਹੜੀ ਸੂਬੇ ਦੀ ਸਰਕਾਰ ਦੀ ਕਾਰਗੁਜ਼ਾਰੀ ਹੈ ਉਹਦੇ ਦੁਆਲੇ ਸਾਰਾ ਜਿਹੜਾ ਇਲੈਕਸ਼ਨ ਕੰਪੇਨ ਹੈ ਉਹ ਘੁੰਮਦਾ ਜੀ। ਔਰ ਹੁਣ ਜਿਹੜੀ ਟਾਈਮਿੰਗ ਹੈ ਇਲੈਕਸ਼ਨ ਦੀ, ਜਿਵੇਂ ਤੁਸੀਂ ਜ਼ਿਕਰ ਕੀਤਾ, ਬਹੁਤ ਇੰਪੋਰਟੈਂਟ ਹੈ ਕਿ ਹੁਣ 2.5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਹਾਂਜੀ। ਜਿਹੜੀਆਂ ਪਿੱਛੇ ਬਾਈ ਇਲੈਕਸ਼ਨਾਂ ਹੋਈਆਂ ਸੀ ਉੱਥੇ ਗਵਰਨਮੈਂਟ ਕੋਲੇ ਇੱਕ ਬਹਾਨਾ ਜ਼ਰੂਰ ਸੀ ਕਿ ਅਸੀਂ ਕਿਹਾ ਜ਼ਰੂਰ ਹੈ ਇਹ ਕੁਛ, ਲੇਕਿਨ ਹਾਲੇ ਸਾਨੂੰ ਸਮਾਂ ਦਿਓ। ਪਰ ਹੁਣ 2.5 ਸਾਲ ਦਾ ਸਮਾਂ ਜਿਹੜਾ ਨਿਕਲ ਗਿਆ, ਇਹ ਵਿੱਚ ਹੁਣ ਸਰਕਾਰ ਜਵਾਬਦੇਹ ਹੈ ਕਿ ਜਿਹੜਾ ਉਹਨਾਂ ਦਾ ਇਲੈਕਸ਼ਨ ਮੈਨੀਫੈਸਟੋ ਸੀ ਉਹਦੇ ਵਿੱਚੋਂ ਕਿਹੜਾ ਵਾਅਦਾ ਪੂਰਾ ਹੋਇਆ ਔਰ ਖਾਸ ਤੌਰ ਤੇ ਜਿਹੜੇ ਉਹਨਾਂ ਦੇ ਫਲੈਗਸ਼ਿਪ ਪ੍ਰੋਗਰਾਮ ਸੀ, ਸਭ ਤੋਂ ਵੱਧ ਇੰਪੋਰਟੈਂਟ ਹੈ ਕਰਜ਼ਾ ਮਾਫੀ ਜੀ। ਕਿ ਕਰਜ਼ਾ ਮਾਫੀ 90,000 ਕਰੋੜ ਦਾ ਕਰਜ਼ਾ, ਸਾਰੇ ਬੈਂਕਾਂ ਦਾ ਕਰਜ਼ਾ, ਪ੍ਰਾਈਵੇਟ ਕਰਜ਼ਾ, ਸ਼ਾਹੂਕਾਰਾਂ ਦਾ ਕਰਜ਼ਾ, ਸਾਰਾ ਗਵਰਨਮੈਂਟ ਨੇ ਮਾਫ ਕਰਕੇ ਜਿਹੜਾ ਉਸ ਵੇਲੇ ਫਾਰਮ ਲੋਕਾਂ ਤੋਂ ਭਰਵਾਲੇ ਸੀ ਜੀ। ਤੇ ਅੱਜ ਜਿਹੜੀ ਹੈ ਕਿ ਸਰਕਾਰ ਕੋਲੇ ਕੋਈ ਜਵਾਬ ਕੋਈ ਨਹੀਂ ਕਿ 90,000 ਕਰੋੜ ਦਾ ਵਾਅਦਾ ਕਰਕੇ ਹੁਣ 4,000 ਕਰੋੜ ਦੇ ਆਸ-ਪਾਸ ਤੁਸੀਂ ਖੜੇ ਹੋ ਔਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਵਿੱਚ ਜਿਹੜਾ ਉਸ ਤੋਂ ਵਾਧਾ ਜਿਹੜਾ ਉਹ ਕਿਉਂ ਹੋਇਆ? ਇੱਕ ਤਾਂ ਸਭ ਤੋਂ ਵੱਡਾ ਵਿਸ਼ਵਾਸਘਾਤ ਕਿਸਾਨੀ ਨਾਲ ਹੋਇਆ। ਦੂਜਾ ਹੈ ਕਿ ਉਸ ਵੇਲੇ ਨਸ਼ਿਆਂ ਦਾ ਬਹੁਤ ਵੱਡਾ ਇਸ਼ੂ ਸਰਕਾਰ ਨੇ ਖੜਾ ਕੀਤਾ ਸੀ। ਅੱਜ ਨਸ਼ਿਆਂ ਦੀ ਹਾਲਤ ਤੁਸੀਂ ਦੇਖ ਲਓ ਕਿ ਅੱਜ ਕੱਲਾ ਨਸ਼ਿਆਂ ਦੀ ਨਹੀਂ, ਨਸ਼ਿਆਂ ਦੇ ਨਾਲ ਗੰਭੀਰ ਲਾਅ ਐਂਡ ਆਰਡਰ ਪ੍ਰੋਬਲਮ ਸ਼ੁਰੂ ਹੋ ਗਈ। ਰਾਦਰ ਮੈਂ ਕਹਿ ਸਕਦਾ ਕਿ ਨਸ਼ਿਆਂ ਦੇ ਨਾਲ ਇੱਕ ਇੰਟਰਨਲ ਸਿਕਿਉਰਿਟੀ ਦਾ ਸੂਬੇ ਦੀ ਦਾ ਔਰ ਦੇਸ਼ ਦਾ ਜਿਹੜਾ ਮਸਲਾ ਉਹ ਵੀ ਨਸ਼ਿਆਂ ਦੇ ਨਾਲ ਹੁਣ ਜਿਹੜਾ ਡਰੱਗ ਟੈਰਰਿਜ਼ਮ ਦਾ ਉਹ ਵੀ ਨਾਲ ਇਹਦੇ ਜੁੜ ਗਿਆ। ਨਸ਼ਿਆਂ ਦੇ ਵਿੱਚ ਮੌਤਾਂ ਦੀ ਗਿਣਤੀ ਜਿਹੜੀ ਹੈ ਉਹ ਵੀ ਪਹਿਲਾਂ ਨਾਲੋਂ ਕਿਤੇ ਵੱਧ ਗਈ। ਤੀਜਾ ਵੱਡਾ ਸੀ ਕਿ ਨੌਕਰੀਆਂ ਦਾ ਜੀ, ਉਹਦੇ ਤੇ ਵੀ ਟਰੈਕ ਰਿਕਾਰਡ ਸਰਕਾਰ ਦਾ ਇੰਨਾ ਪੂਰ ਹੈ ਕਿ ਹੁਣ ਸਰਕਾਰ ਜਿਹੜੀ ਹੈ ਫਰਾਡ ਨੌਜਵਾਨਾਂ ਦੇ ਨਾਲ ਕਰ ਰਹੀ ਹੈ ਕਿ ਜਿਹੜੀ ਪ੍ਰਾਈਵੇਟ ਸੈਕਟਰ ਦੇ ਵਿੱਚ ਕੋਈ ਆਪਣਾ ਮੁਲਾਜ਼ਮ ਰੱਖਦਾ ਕਿਤੇ ਦੁਕਾਨ ਤੇ ਵੀ, ਉਹਦੇ ਤੇ ਸਰਕਾਰ ਮੋਹਰ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕੱਪੜੇ ਦੀ ਦੁਕਾਨ ਤੇ ਬੰਦਾ ਰਖਾਇਆ ਗਿਆ, ਇਹ ਮੈਂ ਰਖਾਇਆ ਐਮਟੈਕ ਮੁੰਡਾ, ਇਹ 5,000 ਰੁਪਏ ਤਨਖਾਹ ਜਿਹੜੀ ਜਿਹਨੂੰ ਆਫਰ ਹੋਈ ਹੈ, ਇਹ ਕੰਮ ਜਿਹੜਾ ਕਰ ਰਹੀ ਹੈ। ਇਸ ਕਰਕੇ ਬੜੇ ਕੰਮ ਹੋਰ ਨੇ। ਡਿਵੈਲਪਮੈਂਟ ਟੋਟਲ ਬੰਦ ਪੰਜਾਬ ਦੀ, ਜਿਹੜਾ ਪੰਚਾਇਤਾਂ ਦੇ ਖਾਤਿਆਂ 'ਚ ਪੈਸਾ ਸੀ ਉਹ ਵਾਪਸ ਮੰਗਾ ਲਿਆ। ਜੋ ਧੱਕੇਸ਼ਾਹੀ ਇਲੈਕਸ਼ਨਾਂ ਦੇ ਵਿੱਚ ਹੋਈ, ਝੂਠੇ ਪਰਚੇ ਹੋਏ,
ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹਦਾ ਜਵਾਬ ਹੁਣ ਕਾਂਗਰਸ ਨਹੀਂ, ਪਰ ਪਾਰਟੀ ਚੀਮਾ ਸਾਹਿਬ ਜਿਨ੍ਹਾਂ ਮੁੱਦਿਆਂ ਨੂੰ ਤੁਸੀਂ ਫੇਲੀਅਰ ਦੱਸ ਰਹੇ ਹੋ ਸਰਕਾਰ ਦਾ, ਉਹਨਾਂ ਮੁੱਦਿਆਂ ਨੂੰ ਕਹਿੰਦੇ ਨੇ ਕਿ ਇਹਨਾਂ ਮੁੱਦਿਆਂ ਤੇ ਤਾਂ ਅਸੀਂ ਵੋਟਾਂ ਮੰਗਣੀਆਂ ਨੇ, ਅਸੀਂ ਕਰਜ਼ੇ ਵੀ ਉਤਾਰੇ, ਅਸੀਂ ਘਰ ਰੋਜ਼ਗਾਰ ਦੇਣ ਦੀ ਕੋਸ਼ਿਸ਼ ਵੀ ਕੀਤੀ, ਔਰ ਦਾਅਵਾ ਤਾਂ ਇੱਥੇ ਤੱਕ ਕੀਤਾ ਗਿਆ ਕਿ ਸਤੰਬਰ ਖਤਮ ਹੋਣ ਤੱਕ 7 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਅਸੀਂ ਦਿੱਤਾ, ਇਹ ਪਲੇਸਮੈਂਟ ਅਸੀਂ ਕਰਵਾਈ ਹੈਗੀ ਹੈ, ਨਸ਼ਿਆਂ ਦਾ ਲੱਕ ਤੋੜ ਕੇ ਰੱਖ ਦਿੱਤਾ। ਉਹ ਕਹਿੰਦੇ ਨੇ ਕਿ ਸਾਡੀਆਂ ਪ੍ਰਾਪਤੀਆਂ ਨੇ ਇਹ ਚੀਜ਼ਾਂ ਦੀਆਂ, ਤੁਸੀਂ ਉਹਨਾਂ ਦਾ ਫੇਲੀਅਰ ਦੱਸ ਰਹੇ ਹੋ। ਦੇਖੋ, ਸਰਕਾਰ ਨੂੰ ਪਤਾ ਹੋਣਾ ਚਾਹੀਦਾ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ। ਇਹ ਇੱਕ ਵਾਰੀ ਲੋਕਾਂ ਨੇ ਵਿਸ਼ਵਾਸ ਕਰ ਲਿਆ ਸੀ, ਇਸ ਕਰਕੇ ਕਿ ਤੁਸੀਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਤਖਤ ਦਮਦਮਾ ਸਾਹਿਬ ਵਾਲੇ ਪਾਸੇ ਮੂੰਹ ਕਰਕੇ ਸਹੁੰਆਂ ਵੀ ਖਾ ਲਈਆਂ ਸੀ, ਤੇ ਲੋਕਾਂ ਨੂੰ ਲੱਗਣ ਲੱਗ ਗਿਆ ਸੀ ਕਿ ਹੁਣ ਇਹ ਸਥਿਤੀ ਦੇ ਉੱਤੇ ਅਗਰ ਕੈਪਟਨ ਅਮਰਿੰਦਰ ਸਿੰਘ ਆ ਗਿਆ ਤੇ ਕੁਛ ਨਾ ਕੁਛ ਕਰ ਦੇਣਗੇ। ਤੁਸੀਂ ਫਾਰਮ ਵੀ ਲੋਕਾਂ ਦੇ ਸਾਰੀਆਂ ਚੀਜ਼ਾਂ ਦੇ ਭਰਾਲੇ ਸੀ ਪਹਿਲਾਂ ਹੀ, ਇਹ ਯਕੀਨ ਦਿਵਾਉਣ ਵਾਸਤੇ। ਹੁਣ ਲੋਕੀ ਜਿਹੜੇ ਆ ਐਡੇ ਵੱਡੇ ਧੋਖੇ ਤੋਂ ਬਾਅਦ ਤੁਸੀਂ ਦੁਬਾਰਾ ਪਿੰਡਾਂ 'ਚ ਜਾ ਕੇ ਗੱਲ ਕਰੋਗੇ ਤੇ ਇਹਨਾਂ ਨੂੰ ਐਤਕੀ ਬੜੇ ਸਖਤ ਰੋਹ ਦਾ ਲੋਕਾਂ ਦਾ ਜਿਹੜਾ ਉਹ ਫੇਸ ਕਰਨਾ ਪਏਗਾ। ਠੀਕ ਹੈ, ਇੱਕ ਮਿੰਟ ਆਉਣਾ ਨੀਲ ਗਰਗ ਸਾਹਿਬ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, 2 ਸੀਟਾਂ ਤੇ ਆਪਾਂ ਪਹਿਲਾਂ ਚਰਚਾ ਕਰਦੇ ਹਾਂ, ਬਾਅਦ ਚੋਂ ਦੂਜੀਆਂ ਸੀਟਾਂ ਦੀ ਕਰਾਂਗੇ। 2 ਸੀਟਾਂ ਬੜੀਆਂ ਅਹਿਮ, ਦਾਖਾਂ ਤੇ ਜਲਾਲਾਬਾਦ, ਜਿਹਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਸੀਟ ਸੀਗੀ, ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਜਲਾਲਾਬਾਦ ਦੇ ਵਿੱਚ ਰਹੀ ਸੀਗੀਆਂ, ਔਰ ਦੋਵਾਂ ਦੇ ਉਮੀਦਵਾਰ ਜਿਹੜੇ ਨੇ ਉਹ ਦੋਵੇਂ ਉਮੀਦਵਾਰ ਹੁਣ ਨਹੀਂ ਰਹਿਣਗੇ ਉਹੀ ਉਮੀਦਵਾਰ ਜਿਨ੍ਹਾਂ ਦੇ ਵਿੱਚ ਫੂਲਕਾ ਸਾਹਿਬ ਵੀ ਸੀਗੇ ਔਰ ਭਗਵੰਤ ਮਾਨ ਵੀ ਸੀਗੇ। ਹੁਣ ਲੱਗਦਾ ਕਿ ਇੱਕ ਵਾਰ ਜਦੋਂ ਤੁਹਾਨੂੰ ਦਾਖਾਂ ਤੋਂ ਜਿਤਾਇਆ ਗਿਆ, ਅੱਧ ਵਿਚਕਾਰੀ ਸੀਟ ਛੱਡੀ ਗਈ, ਕਾਰਨ ਭਾਵੇਂ ਕੋਈ ਵੀ ਰਿਹਾ ਹੋਵੇ, ਲੋਕਾਂ ਨੇ ਵਿਸ਼ਵਾਸ ਕੀਤਾ ਕਿ ਫੂਲਕਾ ਸਾਹਿਬ ਕੰਮ ਕਰਨਗੇ, ਫੂਲਕਾ ਸਾਹਿਬ ਨੂੰ ਜਿਤਾਇਆ ਵੀ, ਲੋਕਾਂ ਨਾਲ ਇਹ ਵਿਸ਼ਵਾਸਘਾਤ ਨਹੀਂ ਹੋਇਆ ਫਿਰ? ਦੇਖੋ ਹਰਪ੍ਰੀਤ ਜੀ, ਜਿਹੜੀਆਂ ਜਿਮਨੀ ਚੋਣਾਂ ਹੁੰਦੀਆਂ ਨੇ, ਚੋਣ ਕੋਈ ਵੀ ਹੋਵੇ ਇੰਪੋਰਟੈਂਟ ਹੁੰਦੀ ਹੈ, ਕੱਲੀਆਂ ਇਹ 2 ਹੀ ਕਿਉਂ 4 ਦੀ 4 ਸੀਟਾਂ ਜਿਹੜੀਆਂ ਉਹ ਇੰਪੋਰਟੈਂਟ ਹੁੰਦੀਆਂ। ਔਰ ਜਿਮਨੀ ਚੋਣਾਂ ਬਾਰੇ ਕਿਹਾ ਜਾਂਦਾ ਕਿ ਹਮੇਸ਼ਾ ਸਰਕਾਰ ਦੇ ਪੱਖ ਦੇ ਵਿੱਚ ਭੁਗਤਦੀਆਂ, ਸਰਕਾਰ ਜਿੱਤਦੀ ਆ, ਪਰ ਜਦੋਂ ਸਰਕਾਰ ਹਾਰਦੀ ਹੈ ਇੰਪੋਰਟੈਂਟ ਉਹ ਜ਼ਿਆਦਾ ਹੁੰਦਾ ਆ। ਅੱਜ ਜਿਹੜਾ ਹੈਗਾ ਵੀ 2017 ਦੇ ਵਿੱਚ ਜਿਸ ਤਰੀਕੇ ਨਾਲ ਕੈਪਟਨ ਸਾਹਿਬ ਨੇ ਝੂਠ ਬੋਲ ਕੇ ਲੋਕਾਂ ਦੀਆਂ ਵੋਟਾਂ ਲਈਆਂ, ਚੀਮਾ ਸਾਹਿਬ ਨੇ ਵੀ ਦੱਸਿਆ, ਉਦੋਂ ਨਾਰਾ ਹੁੰਦਾ ਸੀ ਜਿਹੜੀ ਕਿ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਅੱਜ ਪਿੰਡਾਂ ਦੇ ਵਿੱਚ ਨਾਰਾ ਜਿਹੜਾ ਹੈਗਾ ਪਛਤਾਉਂਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਅੱਜ ਵੀ ਜਿਹੜੀਆਂ ਖੁਦਕਸ਼ੀਆਂ ਵਾਦਦਸਤੂਰ ਜਾਰੀ ਹੈਗੀਆਂ, ਅੱਜ ਵੀ ਜਿਹੜੀ ਕਿ ਘਰ ਘਰ ਜਿਹੜੀ ਨੌਕਰੀਆਂ ਦੀ ਗੱਲ ਹੁੰਦੀ ਹੈ, ਲੋਕੀ ਅੱਜ ਵੀ ਜਿਹੜੀ ਕਿ ਨੌਜਵਾਨ ਨੌਕਰੀਆਂ ਉਡੀਕ ਰਹੇ ਹੈ। ਨਸ਼ਿਆਂ ਦਾ ਜਿਹੜਾ ਹੈ ਕਾਰੋਬਾਰ ਉਸ ਤੋਂ ਵੱਧ ਗਿਆ, ਬਲਕਿ ਉਹਦੇ ਵਿੱਚ ਹੁਣ ਤੇ ਹਥਿਆਰਾਂ ਦਾ ਜਿਹੜੀ ਸਪਲਾਈ ਜਿਹੜੇ ਪਿਛਲੇ ਦਿਨਾਂ 'ਚ ਅਸੀਂ ਦੇਖ ਰਹੇ ਹਾਂ, ਲਾਅ ਐਂਡ ਆਰਡਰ ਦੀ ਸਮੱਸਿਆ ਵੱਧ ਗਈ ਹੈਗੀ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜਲਾਲਾਬਾਦ ਜਾਂ ਦਾਖਾ ਦੀ, ਇਹ ਬਜਾਏ ਜਿਹੜਾ ਇਮਤਿਹਾਨ ਜਿਹੜਾ ਹੈ ਆਪੋਜੀਸ਼ਨ ਪਾਰਟੀਆਂ ਦੇ, ਇਹ ਇਮਤਿਹਾਨ ਜਿਹੜਾ ਹੈਗਾ ਉਹ ਰੂਲਿੰਗ ਪਾਰਟੀ ਦੇ ਲਈ ਹੈਗਾ, ਕਿਉਂਕਿ ਇਹ ਇਮਤਿਹਾਨ ਹੋਏਗਾ ਕਿ 2.5 ਸਾਲਾਂ ਦੇ ਵਿੱਚ ਇਸ ਰੂਲਿੰਗ ਪਾਰਟੀ ਨੇ ਕੀਤਾ ਕੀ ਹੈਗਾ ਤੇ ਕੀ ਉਸ ਦੇ ਨਾਲ ਲੋਕ ਹੈਗੇ। ਪਰ ਗੱਲ ਤਾਂ ਇਹ ਹੈ ਨਾ ਕਿ ਚਲ ਰੂਲਿੰਗ ਪਾਰਟੀ ਦਾ ਇਮਤਿਹਾਨ ਤਾਂ ਹੈ ਹੀ ਹੈ, ਪਰ ਜੇ ਵੋਟ ਰੂਲਿੰਗ ਪਾਰਟੀ ਨੂੰ ਨਹੀਂ ਮਿਲਦੀ ਤਾਂ ਦੂਜਾ ਵਿਕਲਪ ਲੋਕਾਂ ਦੇ ਕੋਲ ਕੀ ਹੈ, ਆਪਸ਼ਨ ਕੀ ਹੈ? ਆਪਸ਼ਨ ਤੁਹਾਨੂੰ ਮੈਂ ਜਿਵੇਂ ਪਹਿਲਾਂ ਕਿਹਾ ਕਿ ਫੂਲਕਾ ਸਾਹਿਬ ਵੀ ਇੱਕ ਆਪਸ਼ਨ ਵਜੋਂ ਦਿਖਾਈ ਦਿੱਤੇ, ਲੋਕਾਂ ਨੇ ਵੋਟ ਪਾਈ, ਲੋਕਾਂ ਨੇ ਜਿਤਾਇਆ ਵੀ, ਪਰ ਹੋਇਆ ਕੀ? ਹਾਂ, ਬਿਲਕੁਲ ਤੁਹਾਡੀ ਗੱਲ ਜਾਇਜ਼ ਹੈਗੀ ਹੈ ਕਿ ਦੇਖੋ ਜਿਹੜੇ ਹੁਣ ਇਹ ਇਲੈਕਸ਼ਨ ਹੈਗਾ, ਚਾਹੇ ਉਹ ਦਾਖਾ ਹੈਗਾ ਜਾਂ ਤੁਸੀਂ ਜਲਾਲਾਬਾਦ ਦੀ ਗੱਲ ਕਰ ਰਹੇ ਹੋ ਜਾਂ ਮੁਕੇਰੀਆਂ ਹੋਵੇ ਜਾਂ ਫਗਵਾੜਾ ਹੋਵੇ, ਇਹਨਾਂ ਇਲੈਕਸ਼ਨਾਂ ਦੇ ਵਿੱਚ 2 ਧਿਰਾਂ ਦੇ ਵਿੱਚ ਮੁਕਾਬਲਾ ਹੈਗਾ। ਇੱਕ ਬੰਨੇ ਤਾਂ ਰਵਾਇਤੀ ਧਿਰਾਂ ਹੈਗੀਆਂ ਜਿਹਦੇ ਵਿੱਚ ਅਕਾਲੀ ਦਲ ਇੱਕ ਪਾਰਟੀ ਹੈਗੀ ਹੈ, ਕਾਂਗਰਸ ਇੱਕ ਪਾਰਟੀ ਹੈ, ਦੂਜੇ ਬੰਨੇ ਦੀ ਤੀਜੀ ਧਿਰ ਹੈਗੀ ਹੈ, ਠੀਕ ਹੈ ਨਾ। ਹਾਂ, ਇਹ ਗੱਲ ਸਾਨੂੰ ਮਲਾਲ ਜ਼ਰੂਰ ਹੈ ਕਿ ਜਿਸ ਤਰੀਕੇ ਨਾਲ ਫੂਲਕਾ ਸਾਹਿਬ ਨੇ ਜਾਣੀ ਕਿ ਇਲੈਕਸ਼ਨ ਵਿਚਾਲੋਂ ਛੱਡ ਕੇ ਲੋਕਾਂ ਨੇ ਇੱਕ ਮੈਂਡੇਟ ਦਿੱਤਾ, ਠੀਕ ਹੈ ਨਾ, ਉਹ ਆਮ ਆਦਮੀ ਪਾਰਟੀ ਨੂੰ ਮੈਂਡੇਟ ਦਿੱਤਾ, ਠੀਕ ਹੈ, ਉਹ ਵਿਚਾਲੋਂ ਛੱਡ ਕੇ ਕਾਰਨ ਕੋਈ ਵੀ ਰਿਹਾ ਹੋਵੇ ਚਲੇ ਗਏ, ਉਹਦੇ ਨਾਲ ਨੈਚੁਰਲੀ ਇੱਕ ਲੋਕਾਂ ਦੇ ਵਿੱਚ ਰੋਸ ਜ਼ਰੂਰ ਹੈਗਾ। ਪਰ ਲੋਕਾਂ ਨੂੰ ਇਹ ਵੀ ਪਤਾ ਹੈਗਾ ਕਿ ਆਮ ਆਦਮੀ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈਗੀ ਹੈ। ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਹੈ, ਉਹ ਨਤੀਜਾ ਕੁਝ ਵੀ ਰਿਹਾ ਹੋਵੇ, ਅਸੀਂ ਲੋਕਾਂ ਦੇ ਨਾਲ ਖੜੇ ਹਾਂ, ਲੋਕਾਂ ਦੇ ਮੁੱਦਿਆਂ ਨੂੰ ਉਠਾਇਆ, ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਪਬਲਿਕ ਹੋਵੇ, ਲੋਕਾਂ ਦੇ ਮੁੱਦਿਆਂ ਦੀ ਅਸੀਂ ਗੱਲ ਕਰਦੇ ਹਾਂ, ਲੜਾਈ ਵੀ ਅਸੀਂ ਮੁੱਦਿਆਂ ਤੇ ਹੀ ਲੜਦੇ ਹਾਂ। ਠੜਕਦਾ ਨਾ, ਵਿਸ਼ਵਾਸ ਤਾਂ ਠੜਕਦਾ। ਹੁਣ ਦੁਬਾਰਾ ਤੁਹਾਨੂੰ ਵਿਸ਼ਵਾਸ ਕਰਕੇ ਵੋਟ ਪਾ ਦੇਣ, ਫਿਰ ਸਾਲ ਬਾਅਦ ਪਾਰਟੀ ਛੱਡ ਕੇ ਕੋਈ ਚਲਾ ਜਾਵੇ, ਨਹੀਂ, ਦੇਖੋ ਐਸਾ ਨਹੀਂ ਹੁੰਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ। ਇਸ ਤਰ੍ਹਾਂ ਦਾ ਵਿਸ਼ਵਾਸ ਜਿਹੜਾ ਹੈਗਾ, ਤੁਸੀਂ ਦੇਖੋ, ਜੇ ਮੈਂ ਅਕਾਲੀ ਦਲ ਦੀ ਵੀ ਗੱਲ ਕਰਾਂ ਅੱਜ, ਠੀਕ ਹੈ ਕਿ ਨਹੀਂ, ਅਕਾਲੀ ਦਲ ਇੱਕ ਬਹੁਤ ਵੱਡੀ ਇੱਕ ਸ਼ਾਨਮਤੀ ਇਤਿਹਾਸ ਰਿਹਾ ਅਕਾਲੀ ਦਲ ਦਾ, ਔਰ ਉਹ ਪਾਰਟੀ ਜਿਸ ਨੇ ਹਮੇਸ਼ਾ ਜਾਨੀ ਕਿ ਪੰਜਾਬ ਦੇ ਹਿੱਤਾਂ ਦੀ ਜਾਨੀ ਕਿ ਕਿਸੇ ਵਕਤ ਜਿਹੜਾ ਹੈਗਾ ਜਾਣੀ ਜਾਂਦੀ ਸੀ। ਲੇਕਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਪੰਜਾਬ ਦੀਆਂ ਪੰਥਕ ਧਿਰਾਂ ਦੀ ਜਾਨੀ ਕਿ ਸਫਾਂ ਦੇ ਵਿੱਚ ਅੱਜ ਅਕਾਲੀ ਦਲ ਦੀ ਉਹ ਸਥਿਤੀ ਨਹੀਂ ਹੈਗੀ ਹੈ। ਜੋ ਤੁਸੀਂ ਜਾਨੀ ਕਿ ਜਲਾਲਾਬਾਦ ਦੀ ਗੱਲ ਕਰੋ ਜਾਂ ਬਾਕੀ ਥਾਵਾਂ ਦੀ ਗੱਲ ਕਰੋ, ਤੇ ਉਹ ਸਥਿਤੀ ਨਹੀਂ ਹੈਗੀ ਹੈ। ਜਦੋਂ ਉਹ ਸਥਿਤੀ ਨਹੀਂ ਹੈਗੀ ਹੈ ਤਾਂ ਨੈਚੁਰਲੀ ਇਹ ਸਾਰਿਆਂ ਦੀ ਸਥਿਤੀ ਵੱਖਰੀ ਹੈਗੀ ਹੈ। ਉਸ ਚੀਜ਼ ਨਾਲ ਜੁੜਦੀ ਨਹੀਂ ਨਾ। ਇੱਕ ਐਮਐਲਏ ਨੂੰ ਵੋਟਾਂ ਪਾ ਕੇ ਚੁਣਿਆ ਹੋਇਆ ਹੋਵੇ ਤੇ ਉਹ 2.5 ਸਾਲਾਂ ਬਾਅਦ ਪਾਰਟੀ ਨੂੰ ਛੱਡ ਦੇਵੇ, ਔਰ ਮੁੱਦਾ ਕੋਈ ਵੀ ਰਿਹਾ ਹੋਵੇ, ਜਿਹੜਾ ਮੈਂਡੇਟ ਤੁਹਾਨੂੰ ਲੋਕਾਂ ਨੇ ਦਿੱਤਾ ਹੈ, ਤੁਸੀਂ ਜਿਹੜੀਆਂ ਗੱਲਾਂ ਲੋਕਾਂ ਦੇ ਵਿੱਚ ਕਹਿ ਕੇ ਗਏ ਸੀਗੇ, ਜਿਨ੍ਹਾਂ ਦੇ ਆਧਾਰ ਤੇ ਤੁਸੀਂ ਵੋਟਾਂ ਲਈਆਂ, ਘੱਟੋ ਘੱਟ ਉਹਨਾਂ ਤੇ ਤਾਂ ਸਾਨੂੰ ਖੜਨਾ ਚਾਹੀਦਾ ਨਾ। ਮੈਂ ਵਾਪਸ ਆ ਜਾਣਾ, ਮੈਂ 1 ਮਿੰਟ ਆ ਜਾਣਾ ਵਾਪਸ ਤੁਹਾਡੇ ਕੋਲ। ਮੈਂ ਇਹ ਮਲਵਿੰਦਰ ਕੰਗ ਸਾਹਿਬ ਤੋਂ ਇੱਕ ਰਿਐਕਸ਼ਨ ਲਾ। ਕੰਗ ਸਾਹਿਬ, ਹਰਿਆਣਾ ਦੇ ਵਿੱਚ ਜਿਹੜਾ ਗੱਠਜੋੜ ਦਾ ਸੇਕ ਹੈ, ਉਹਦਾ ਪ੍ਰਭਾਵ ਪੰਜਾਬ 'ਚ ਵੀ ਪਏਗਾ, ਜ਼ਿਮਨੀ ਚੋਣਾਂ 'ਚ ਵੀ ਪਏਗਾ? ਕਿਉਂਕਿ 2 ਅਹਿਮ ਸੀਟਾਂ ਹੁਣ ਬੀਜੇਪੀ ਦੀਆਂ ਵੀ ਹੈਗੀਆਂ, ਜੇ ਅਕਾਲੀ ਦਲ ਦੀਆਂ ਹੁੰਦੀਆਂ ਤਾਂ ਵੱਖਰੀ ਗੱਲ ਸੀ। ਨਹੀਂ, ਹਰਿਆਣੇ 'ਚ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦਾ ਅਲਾਈਅੰਸ ਕਦੀ ਸੀਗਾ ਹੀ ਨਹੀਂ। ਇਸ ਕਰਕੇ ਹਰਿਆਣੇ ਨੂੰ ਪੰਜਾਬ ਨਾਲ ਨਹੀਂ ਜੋੜਿਆ ਜਾ ਸਕਦਾ।
ਪੰਜਾਬ 'ਚ ਅਲਾਈਅੰਸ ਬੜੇ ਵਧੀਆ ਤਰੀਕੇ ਨਾਲ ਕੰਮ ਕਰਦਾ ਆ ਰਿਹਾ, ਔਰ ਇਹ ਜਿਹੜਾ ਇਲੈਕਸ਼ਨ ਹੈ, ਬਾਈ ਇਲੈਕਸ਼ਨ ਜਿਹੜੀਆਂ 4 ਸੀਟਾਂ ਹੈ, ਇਹ ਵੀ ਅਲਾਈਅੰਸ ਲੜ ਰਿਹਾ, ਕੋਈ ਇੱਕ ਪਾਰਟਿਕੂਲਰ ਪਾਰਟੀ ਨਹੀਂ ਲੜ ਰਹੀ। ਇਸ ਕਰਕੇ ਇਹਦੇ 'ਚ ਕਿਸੇ ਤਰ੍ਹਾਂ ਦਾ ਕੋਈ ਸਵਾਲ ਨਹੀਂ ਖੜਾ ਹੋ ਸਕਦਾ। ਦੂਸਰੀ ਜਿਹੜੀ ਇੰਪੋਰਟੈਂਟ ਗੱਲ ਤੁਸੀਂ ਕਹੀ ਵੀ ਅਮੂਮਨ ਹਰਪ੍ਰੀਤ ਜੀ ਇਸ ਤਰ੍ਹਾਂ ਹੁੰਦਾ ਹੈ, ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ, ਜਦੋਂ ਉਸ ਦੇ ਟਾਈਮ 'ਚ ਬਾਈ ਇਲੈਕਸ਼ਨ ਆ ਜਾਣ ਤੇ ਪਰਸੈਪਸ਼ਨ ਇਹ ਬਣੀ ਹੁੰਦੀ ਹੈ ਵੀ ਸੱਤਾਧਾਰੀ ਦਲ ਜਿੱਤੂਗਾ। ਇਹ ਪਹਿਲੀ ਵਾਰ ਹੋ ਰਿਹਾ ਹੈ ਵੀ ਸੱਤਾਧਾਰੀ ਜਿਹੜੇ ਚੀਫ ਮਿਨਿਸਟਰ ਸਾਹਿਬ ਹੈ, ਮੁਖੀਆ ਹੈ ਜਿਹੜੇ, ਉਹ ਆਪ ਇਲੈਕਸ਼ਨ ਡਿਕਲੇਅਰ ਹੋਣ ਤੋਂ ਬਾਅਦ ਇਹ ਕਹਿ ਚੁੱਕੇ ਸਾਨੂੰ ਅਸੀਂ ਇਲੈਕਸ਼ਨ ਹਾਰ ਵੀ ਜਾਂਦੇ ਤੇ ਸਾਨੂੰ ਇਹ ਤੇ ਕੋਈ ਫਰਕ ਨਹੀਂ ਪੈਂਦਾ, ਆਪਣੀ ਹਾਰ ਕਬੂਲ ਕਰ ਚੁੱਕੇ ਆ। ਕਿਉਂਕਿ ਜਿਹੜੇ ਬੁਨਿਆਦੀ ਇਹਨਾਂ ਦੇ ਮੁੱਦੇ ਸੀ, ਰੋਜ਼ਗਾਰ ਨੂੰ ਲੈ ਕੇ, ਗੁਰੂ ਸਾਹਿਬ ਦੀ ਬੇਅਦਬੀ ਨੂੰ ਲੈ ਕੇ, ਲਾਅ ਐਂਡ ਆਰਡਰ ਨੂੰ ਲੈ ਕੇ, ਨਸ਼ਿਆਂ ਨੂੰ ਲੈ ਕੇ, ਉਰ ਤੇ ਸਰਕਾਰ ਨੇ ਕੁਝ ਕੀ ਕਰਕੇ ਤੇ ਦਿਖਾਇਆ ਨਹੀਂ। ਕਿਉਂਕਿ ਲੋਕਾਂ 'ਚ ਅਸੀਂ ਜਦੋਂ ਜਾਣਾ ਹੈ ਤੇ ਚਾਹੇ ਆਪੋਜੀਸ਼ਨ ਹੈ ਚਾਹੇ ਰੂਲਿੰਗ ਪਾਰਟੀ ਹੈ, ਇੱਕ ਆਧਾਰ ਗਵਰਨੈਂਸ ਨਾਲ ਜੁੜਿਆ, ਲੋਕਾਂ ਦੇ ਮੁੱਦਿਆਂ ਨਾਲ ਜੁੜਿਆ ਗੱਲਾਂ ਹੁੰਦੀਆਂ, ਉਹਦੇ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹ ਸਰਕਾਰ ਫੇਲ ਰਹੀ ਆਪਣੇ ਕਾਟੋ ਕਲੇਸ਼ 'ਚ ਹੀ ਜਿਹੜਾ 2.5 ਸਾਲ ਅਜੇ ਤੱਕ ਕੱਢੇ ਆ। ਜੀ ਕੰਗ ਸਾਹਿਬ, ਮੈਨੂੰ ਇੱਕ ਗੱਲ ਦੱਸੋ, ਤਿੰਨੇ ਹੀ ਪਾਰਟੀਆਂ, ਅਕਾਲੀ ਦਲ, ਆਮ ਆਦਮੀ ਪਾਰਟੀ ਔਰ ਤੁਸੀਂ ਵੀ ਇੱਕੋ ਚੀਜ਼ ਨੂੰ ਕਹਿ ਰਹੇ ਹੋ ਕਿ ਇਹ ਜਿਹੜੇ ਮੁੱਦੇ ਸੀਗੇ ਉਹ ਪੂਰੇ ਨਹੀਂ ਕੀਤੇ, ਇਸ ਕਰਕੇ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾਉਣਾ ਔਰ ਕਾਂਗਰਸ ਦੀ ਕਰਾਰੀ ਹਾਰ ਹੋ ਸਕਦੀ ਹੈ। ਪਰ ਹਾਲ ਹੀ ਦੇ ਵਿੱਚ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਨੇ, 8 ਸ਼ਾਨਦਾਰ ਸੀਟਾਂ ਕਾਂਗਰਸ ਨੇ ਪੰਜਾਬ ਦੇ ਵਿੱਚੋਂ ਲਈਆਂ ਨੇ। ਜੇ ਕੰਮਾਂ ਦਾ ਹੀ ਆਧਾਰ ਹੁੰਦਾ ਤੇ ਉਹ 8 ਦੇ ਵਿੱਚੋਂ ਇੱਕ ਨਹੀਂ ਆਣੀ ਚਾਹੀਦੀ ਸੀ। ਨਹੀਂ, ਹਮੇਸ਼ਾ ਸਟੇਟ ਦੇ ਔਰ ਨੈਸ਼ਨਲ ਲੈਵਲ ਦੇ ਦੋਨਾਂ ਇਲੈਕਸ਼ਨਾਂ ਦੇ ਮੁੱਦੇ ਅਲੱਗ-ਅਲੱਗ ਹੁੰਦੇ ਆ। ਦੇਖੋ ਪਿੱਛੇ ਜਿਹੇ ਹਜੇ ਸਟੱਡੀ ਆਈ ਹੈ 4 ਦਿਨ ਪਹਿਲਾਂ ਦੀ, ਐਜੂਕੇਸ਼ਨ ਸਿਸਟਮ ਦਾ ਹਾਲ ਕੀ ਹੈ ਪੰਜਾਬ ਦਾ, ਕਿੰਨਾ ਪਿਛੜ ਗਿਆ ਸਾਡਾ ਸਟੇਟ, ਜਿਹੜਾ ਅਗਾਂਹ ਵਧੂ ਸਟੇਟ 'ਚ ਹੁੰਦਾ ਸੀ। ਇਨਫਰਾਸਟਰਕਚਰ ਵਾਈਜ਼ ਜਿਵੇਂ ਚੀਮਾ ਸਾਹਿਬ ਨੇ ਦੱਸਿਆ, ਜਿਹੜੇ ਗ੍ਰਾਂਟਾਂ ਆਲਰੇਡੀ ਸ਼ਹਿਰਾਂ ਨੂੰ ਦਿੱਤੀਆਂ ਗਈਆਂ ਉਹ ਵਾਪਸ ਆ ਗਈਆਂ। ਪੰਜਾਬ ਇੰਸਟੀਚਿਊਟ ਆਫ ਸਪੋਰਟਸ ਜਿਹੜੀ ਨੌਜਵਾਨਾਂ ਨੂੰ ਜੁੜਿਆ ਬਹੁਤ ਵੱਡਾ ਅਦਾਰਾ ਆ। ਮੈਂ ਐਜ ਏ ਸਪੋਰਟਸਮੈਨ ਹੋਣ ਦੇ ਨਾਤੇ ਮੈਂ ਆਪ ਮਹਿਸੂਸ ਕਰਦਾ ਪਿਛਲੇ 20-25 ਸਾਲ ਬੜਾ ਹੀ ਵੱਡਾ ਰੈਵੋਲੂਸ਼ਨ ਆਇਆ ਸੀ, ਉਹ ਅਦਾਰਾ ਵੇਖ ਲਓ। ਇਸ ਤੋਂ ਇਲਾਵਾ ਕਿਸਾਨਾਂ ਦੀ ਸਥਿਤੀ ਕੀ ਆ, ਕਰਜ਼ੇ ਮਾਫੀ ਨੂੰ ਲੈ ਕੇ ਤੋਂ ਬਾਅਦ ਕੀ ਕਰਜ਼ਾ ਮਾਫੀ ਕੀਤੀ ਤੇ ਕੀ ਸੁਸਾਈਡ ਰੁਕੇ ਆ। ਇਸ ਕਰਕੇ ਸੂਬੇ ਦੇ ਜਿਹੜੇ ਮੁੱਦੇ ਆ ਉਹ ਅਲੱਗ ਹੁੰਦੇ ਆ, ਸੈਂਟਰ ਦੇ ਜਿਹੜੇ ਮੁੱਦੇ ਆ ਉਹ ਅਲੱਗ ਹੁੰਦੇ ਆ। ਚਲੋ ਮੈਂ ਇੱਕ ਮਿੰਟ ਵਾਪਸ ਆਣਾ, ਮੈਂ ਇਸ ਗੱਲ ਦੇ ਨਾਲ ਇਤਫਾਕ ਨਹੀਂ ਰੱਖਦਾ, ਮੈਂ ਦੁਬਾਰਾ ਫਿਰ ਆਵਾਂਗਾ। ਜੇ ਸੈਂਟਰ ਤੇ ਸਟੇਟ ਦੇ ਮੁੱਦਿਆਂ ਦਾ ਫਰਕ ਹੁੰਦਾ ਫਿਰ ਤਾਂ ਕਾਂਗਰਸ ਨੂੰ ਹੋਰ ਜ਼ਿਆਦਾ ਸ਼ਿਕਸਤ ਹੋਣੀ ਸੀ, ਕਿਉਂਕਿ ਸੈਂਟਰ ਤੇ ਤਾਂ ਬੀਜੇਪੀ ਨੇ ਹੁੰਜਾ ਫਿਰ ਜਿੱਤ ਹਾਸਲ ਕੀਤੀ ਹੈ। ਮੈਂ ਵਾਪਸ ਆ ਜਾਣਾ ਤੁਹਾਡੇ ਕੋਲ, ਬੂਟਾ ਸਿੰਘ ਬਰਾਗੀ ਹਰ ਤੋਂ ਰਿਐਕਸ਼ਨ ਲੈ ਲਾ। ਬਰਾਗੀ ਸਾਹਿਬ, ਆਮ ਤੌਰ ਤੇ ਜਿਹੜੀ ਆਪਾਂ ਸਾਰੀ ਗੱਲ ਕਰ ਰਹੇ ਹਾਂ ਕਿ ਇਹ ਇੱਕ ਧਾਰਨਾ ਵੀ ਬਣੀ ਹੋਈ ਹੈ ਔਰ ਜ਼ਿਆਦਾਤਰ ਇਹ ਹੁੰਦਾ ਵੀ ਹੈ ਕਿ ਜਿਹੜੀਆਂ ਬਾਈ ਇਲੈਕਸ਼ਨਸ ਹੁੰਦੀਆਂ ਨੇ, ਜ਼ਿਮਨੀ ਚੋਣਾਂ ਹੁੰਦੀਆਂ ਨੇ, ਸੱਤਾਧਾਰੀ ਧਿਰ ਦੇ ਖੇਮੇ ਦੇ ਵਿੱਚ ਹੀ ਆਉਂਦੀਆਂ ਨੇ। ਪਰ ਕਹਿੰਦੇ ਨੇ ਕਿ ਹੁਣ ਹਾਲਾਤ ਥੋੜੇ ਬਦਲੇ ਹੋਏ ਨੇ। ਪਰ ਕੀ ਤੁਹਾਨੂੰ ਨਹੀਂ ਲੱਗਦਾ ਕਿ 2.5 ਸਾਲ ਦਾ ਕਾਰਜਕਾਲ ਹਲੇ ਵੀ ਪਿਆ? ਹੁਣ ਤਾਂ ਇੱਕ ਪਿੰਡ ਦੀ ਵੋਟ ਪਤਾ ਲੱਗ ਜਾਂਦੀ ਹੈ ਕਿ ਕਿਹੜੇ ਪਿੰਡ ਨੇ ਕਿਹਨੂੰ ਵੋਟ ਪਾਈ ਹੈ, ਕਿੱਥੋਂ ਵੋਟ ਪੋਲ ਹੋਈ ਹੈ। ਪੰਚਾਂ, ਸਰਪੰਚਾਂ, ਗ੍ਰਾਂਟਾਂ, MC, ਇਹ ਉਹ ਸਾਰੀਆਂ ਚੀਜ਼ਾਂ ਇਫੈਕਟ ਨਹੀਂ ਪਾਉਂਦੀਆਂ ਸੱਤਾਧਾਰੀ ਧਿਰ ਦੇ ਹੱਕ ਦੇ ਵਿੱਚ ਆਉਣ ਦੇ ਲਈ ਵੋਟਾਂ ਨੂੰ? ਬਿਲਕੁਲ ਸਹੀ ਗੱਲ ਹੈ ਤੁਹਾਡੀ। ਬਾਈ ਇਲੈਕਸ਼ਨ ਜਿਵੇਂ ਦੂਜੇ ਮੇਰੇ ਕੋ ਪੈਨਲਿਸਟ ਨੇ ਵੀ ਸਬਮਿਟ ਕੀਤਾ ਵੀ ਜ਼ਿਆਦਾਤਰ ਜਿਹੜੀ ਰੂਲਿੰਗ ਪਾਰਟੀ ਹੁੰਦੀ ਆ, ਮੈਂ ਹਰਪ੍ਰੀਤ ਜੀ ਇਹਨੂੰ ਦੂਜੇ ਤਰ੍ਹਾਂ ਨਾਲ ਲੈਂਦਾ, ਕਿਉਂਕਿ ਜਿਵੇਂ MLA ਨੂੰ MP ਲੈਟ ਵਾਂਗੂ ਕੋਈ ਫੰਡ ਸਪੈਸ਼ਲ ਨਹੀਂ ਹੁੰਦਾ। ਜਿਵੇਂ ਸਰਪੰਚਾਂ ਪੰਚਾਂ ਦੀ ਤੁਸੀਂ ਗੱਲ ਕੀਤੀ ਆ, ਤਾਂ ਲੋਕੀ ਵੀ ਉਸ ਕਨਸਟੀਟਿਊਂਸੀ ਦੇ ਬਕਾਇਦਾ ਜਾਣਦੇ ਆ ਵੀ ਜੇ ਅਸੀਂ ਰੂਲਿੰਗ ਪਾਰਟੀ ਨਾਲ ਤੁਰੇ ਤਾਂ ਕਿਤੇ ਨਾ ਕਿਤੇ ਸਾਡੇ ਹਲਕੇ ਦਾ ਵਿਕਾਸ ਹੋ ਸਕੂਗਾ। ਨਹੀਂ ਜਿਵੇਂ ਅੱਜ ਪ੍ਰੈਜ਼ੈਂਟ ਸਿਨੈਰੀਓ ਦੀ ਵੀ ਗੱਲ ਕਰ ਲਾਂ, ਪੰਜਾਬ ਦੇ ਵਿੱਚ ਜਿਹੜੇ ਆਪੋਜੀਸ਼ਨ ਦੇ MLAs ਹੈਗੇ ਆ, ਉਹਨਾਂ ਨੂੰ ਕੋਈ ਡਿਵੈਲਪਮੈਂਟ ਇੰਡੀਵਿਜੂਅਲੀ ਫੰਡ ਨਹੀਂ ਦਿੱਤਾ ਜਾਂਦਾ ਤੇ ਤਰ੍ਹਾਂ ਕਰਦੇ ਆ, ਤੇ ਉਹਨਾਂ ਦੀਆਂ ਜਿਹੜੀਆਂ ਕਨਸਟੀਟਿਊਂਸੀਆਂ ਡਿਵੈਲਪਮੈਂਟ ਪਿੱਛੋਂ ਵੀ ਫਾਡੀ ਰਹਿ ਗਈਆਂ ਵਾ, ਪਿੱਛੇ ਰਹਿ ਗਈਆਂ ਵਾ। ਇੱਕ ਤਾਂ ਇਹ ਵੱਡਾ ਮੈਂ ਸਮਝਦਾ ਇੱਕ ਕਾਰਨ ਹੋ ਜਾਂਦਾ। ਦੂਜੇ ਲੋਕੀ ਆਪਦੇ ਛੋਟੇ-ਛੋਟੇ ਮੁਫਾਦਾਂ ਨਾਲ ਵੀ ਜੁੜੇ ਹੁੰਦੇ ਆ, ਜਿਹੜਾ ਕਿਤੇ ਨਾ ਕਿਤੇ ਗਵਰਨਮੈਂਟ ਦੇ ਸਟੈਪ ਦੇ ਨਾਲ ਚੱਲਣ ਦੀ ਗੱਲ ਕਰਦੇ ਆ। ਬਾਕੀ ਆਉਣ ਵਾਲੇ ਸਮੇਂ 'ਚ ਪ੍ਰੈਡਿਕਟ ਅਸੀਂ ਪੋਲੀਟੀਕਲੀ ਕੁਝ ਨਹੀਂ ਕਰ ਸਕਦੇ ਕੀ ਹੋਊ, ਕਿਉਂਕਿ ਜੇ ਮੈਂ ਪਿਛਲੇ 2.5 ਸਾਲਾਂ ਦੀ ਗੱਲ ਕਰ ਲਾਂ, 2000 ਮੈਂ ਤਕਰੀਬਨ 15 ਦੀ ਗੱਲ ਕਰ ਲਾਂ, ਉਦੋਂ ਵੀ ਬਾਈ ਇਲੈਕਸ਼ਨਸ ਹੋਈ ਸੀਗੀ, ਉਦੋਂ ਵੀ ਉਹ ਸੱਤਾਧਾਰੀ ਪਾਰਟੀ ਨੇ ਜਿੱਤੀ ਸੀ। ਤੇ ਉਦੋਂ ਜਿਹੜਾ এনवायरमेंट ਸੀਗਾ ਉਹ ਰਿਲੀਜੀਅਸ ਸੈਂਟੀਮੈਂਟ ਨਾਲੋਂ ਇਦੋਂ ਵੀ ਡੇਂਜਰਸ ਸੀਗਾ ਤੇ ਅੱਜ ਦੇ ਕੰਪੈਰੀਟਿਵਲੀ। ਪਰ ਹਾਂ, ਇਹ ਗੱਲ ਤੁਸੀਂ ਬੜੀ ਵਾਜਬ ਕਹੀ ਆ ਵੀ ਵੋਟਰ ਜਾਗਰੂਕ ਨੇ, ਦਿਨ ਪ੍ਰਤੀ ਜਾਗਰੂਕ ਹੋ ਰਿਹਾ ਵਾ, ਤੇ ਆਉਣ ਵਾਲੇ ਸਮੇਂ ਵਿੱਚ ਉਹ ਜਿਹੜੇ ਕੋਰ ਇਸ਼ੂਜ਼ ਸੀਗੇ ਉਹ ਐਜ਼ ਇਟ ਇਜ਼ ਆ ਉਹ ਐਡਰੈਸ ਨਹੀਂ ਹੋਏ, ਚਾਹੇ ਫਾਰਮਰਸ ਜਿਵੇਂ ਮੇਰੇ ਜਿਹੜੇ ਕੋ ਪੈਨਲਿਸਟ ਨੇ ਗੱਲ ਕੀਤੀ ਆ। ਬਾਕੀ ਮੈਂ ਇੱਕ ਗੱਲ ਇੱਥੇ ਮੇਰੇ ਵੱਡੇ ਭਰਾ ਗਰਗ ਸਾਹਿਬ ਨੇ ਕਹੀ ਆ ਵੀ ਹਥਿਆਰਾਂ ਦੀ ਖੇਪ ਮਿਲਣੀ। ਮੈਂ ਰਿਕੁਐਸਟ ਕਰਨਾ ਚਾਹੁੰਦਾ ਇੱਥੇ ਤੁਹਾਡੇ ਮਾਧਿਅਮ ਰਾਹੀਂ, ਹਥਿਆਰਾਂ ਦੀ ਖੇਪ ਮਿਲਣੀ ਉਸ ਬਾਈ ਇਲੈਕਸ਼ਨ ਦੇ ਤਰਾਜੂ 'ਚ ਆਪਾਂ ਨਾ ਤੋਲੀਏ।
ਉਹ ਇਸ਼ੂ ਬਹੁਤ ਹੀ ਵੱਡਾ ਵਾ, ਇੰਟਰਨੈਸ਼ਨਲ ਇਸ਼ੂ ਆ। ਕਿਸ ਤਰ੍ਹਾਂ ਨਾਲ ਪਾਕਿਸਤਾਨ ਅਗਰੈਸਿਵ ਹੋ ਰਿਹਾ, ਆਪਾਂ ਉਹਨੂੰ ਕਾਰਨਰ ਕਰ ਚੁੱਕੇ ਆ, ਤੇ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਜ਼ਿਆਦਾ ਨੁਕਸਾਨ ਆ। ਉਹ ਬਾਈ ਇਲੈਕਸ਼ਨ ਦੇ ਉਹਨੂੰ ਧੂੜ ਧੱਪੇ ਦੇ ਵਿੱਚ ਆਪਾਂ ਇਹੋ ਜਿਹੇ ਸੈਂਸਿਟਿਵ ਮੁੱਦੇ ਨੂੰ ਨਾ ਲਿਆਈਏ, ਉਹਨੂੰ ਵੱਖਰੇ ਤੌਰ ਤੇ। ਬੈਰਾਗੀ ਸਾਹਿਬ, ਤੁਹਾਡੀ ਪਾਰਟੀ ਕਿੱਥੇ ਸਟੈਂਡ ਕਰਦੀ ਹੈ ਇਹਨਾਂ ਚੋਣਾਂ ਦੇ ਵਿੱਚ, ਕੀ ਭੂਮਿਕਾ ਰਹਿਣ ਵਾਲੀ ਹੈ? ਪੀਡੀਓ ਲੜ ਰਹੀ ਹੈ ਜੀ, ਅਸੀਂ ਸਾਰੀ ਪਾਰਟੀ, ਪੰਜਾਬ ਏਕਤਾ ਪਾਰਟੀ ਤਾਂ ਨਹੀਂ ਸਪੈਸ਼ਲੀ ਕੋਈ ਵੀ ਇੱਥੇ ਇਲੈਕਸ਼ਨ ਕੰਟੈਸਟ ਕਰ ਰਹੀ, ਤੇ ਬਾਕੀ ਬੈਂਸ ਸਾਹਿਬ ਦੀ ਲੋਕ ਇਨਸਾਫ ਪਾਰਟੀ ਲੜ ਰਹੀ ਹੈ, ਬੀਐਸਪੀ ਲੜ ਰਹੀ ਆ, ਤੇ ਬਾਕੀਆਂ ਪਾਰਟੀਆਂ ਅਸੀਂ ਇਹ ਕਿੱਥੇ ਤੱਕ ਠੀਕ ਹੈ ਕਿ ਕੋਈ ਸਹਿਮਤੀ ਨਹੀਂ ਬਣ ਪਾਈ ਤੁਹਾਡੇ ਤੇ ਬੈਂਸ ਭਰਾਵਾਂ ਦੇ ਵਿੱਚ ਜਾਂ ਬਸਪਾ ਦੇ ਵਿੱਚ? ਇੱਕ ਸਹਿਮਤੀ ਜੀ ਬਣਨੀ ਸੀ, ਉਹ ਬਣ ਨਹੀਂ ਪਾਈ। ਨੈਚੁਰਲੀ ਆ, ਪਰ ਇਹ ਮੈਨੂੰ ਲੱਗਦਾ ਵੀ ਹਜੇ ਵੀ ਥੋੜਾ ਜਿਹਾ ਇੱਕ ਦਿਨ ਰਹਿੰਦਾ ਵਾ ਵਿਡਰਾਵਲ ਦਾ, ਕੱਲ ਨੂੰ ਦੇਣਾ, ਉਹ ਸ਼ਾਇਦ ਸਹਿਮਤੀ ਦੇ ਤਹਿਤ ਕਿਤੇ ਨਾ ਕਿਤੇ ਕੋਈ ਸੈਟਲਮੈਂਟ ਹੋ ਜਾਵੇ। ਸਾਡਾ ਇੱਕ ਸੀਟ ਤੇ ਹੀ ਆ, ਬਾਕੀ ਤਾਂ ਸਾਰੀਆਂ ਸੀਟਾਂ ਕਲੀਅਰ ਹੀ ਆ। ਜਿਹੜਾ ਆਹ ਫਗਵਾੜੇ ਵਾਲੀ ਸੀਟ ਦੇ ਵਿੱਚ ਬੈਂਸ ਸਾਹਿਬ ਨੇ ਵੀ ਆਪਦਾ ਬੰਦਾ ਖੜਾ ਕੀਤਾ, ਤੇ ਬੀਐਸਪੀ ਕਹਿੰਦੇ ਵੀ ਸਾਡਾ ਉੱਥੇ ਵੋਟ ਬੈਂਕ ਜ਼ਿਆਦਾ ਵਾ, ਹੋ ਸਕਦਾ ਕੱਲ ਨੂੰ ਵਿਡਰਾ ਹੋ ਜਾਵੇ। ਬਾਕੀ ਸਾਡੀ ਪਾਰਟੀ ਨਹੀਂ ਅੱਜ ਪੰਜਾਬ ਦੇ ਵਿੱਚ ਹੈ ਜੀ। ਕੌਣ ਵਿਦਡਰਾ ਕਰੂਗਾ, ਬੀਐਸਪੀ ਜਾਂ? ਉਹ ਤਾਂ ਕੱਲ ਨੂੰ ਹੀ ਪਤਾ ਲੱਗੂ ਪ੍ਰੋਫੈਸਰ ਸਾਹਿਬ, ਮੈਂ ਉਹ ਪ੍ਰੈਡਿਕਟ ਨਹੀਂ ਨਾ ਕਰ ਸਕਦਾ ਵੀ ਕੌਣ ਵਿਡਰਾ ਕਰਦਾ ਵਾ। ਪਰ ਹਰਪ੍ਰੀਤ ਜੀ, ਪੰਜਾਬ ਦੇ ਵਿੱਚ ਜਿਹੜਾ ਪੋਲੀਟੀਕਲ ਵੈਕਿਊਮ ਜਾਂ ਇੱਕ ਸਿਨੈਰੀਓ ਕ੍ਰੀਏਟ ਹੋ ਚੁੱਕਿਆ, ਕੱਲਾ ਸਾਡਾ ਪੀਡੀਏ ਹੀ ਨਹੀਂ, ਚਾਹੇ ਉਹ ਅਕਾਲੀ ਦਲ ਤੇ ਬੀਜੇਪੀ ਦੀ ਵੀ ਭਾਈਵਾਲੀ ਹੋਵੇ, ਉਹਨਾਂ ਨੇ ਵੀ ਕਿਤੇ ਨਾ ਕਿਤੇ ਸਿੰਬਲ ਤੇ ਨਹੀਂ ਪਰ ਆਪਦੇ ਕੈਂਡੀਡੇਟ ਖੜਾਏ, ਆਪਦੇ ਸ਼ਕਤੀ ਪ੍ਰਦਰਸ਼ਨ ਕਰਨ ਲਈ। ਅੱਜ ਮਸਲਾ ਸਰਕਾਰ ਬਣਾਉਣ ਜਾਂ ਢਾਉਣ ਦਾ ਨਹੀਂ, ਆਪਦੀ ਐਗਜ਼ਿਸਟੈਂਸ ਸ਼ੋ ਕਰਨ ਦਾ ਹੋਇਆ ਫਿਰਦਾ ਪੰਜਾਬ ਦੇ ਵਿੱਚ। ਤੇ ਐਜ਼ ਇਟ ਇਜ਼ ਕਾਂਗਰਸ ਦਾ ਵੀ ਹਾਲ ਆ, ਕਾਂਗਰਸ ਦੇ ਵਿੱਚ ਵੀ ਜਿਹੜੇ ਨਿਰਾਸ਼ ਨੇ ਉਹ ਕਿਤੇ ਨਾ ਕਿਤੇ ਆਜ਼ਾਦ ਲੜ ਰਹੇ ਨੇ। ਠੀਕ ਹੈ, ਮੈਂ ਵਾਪਸ ਤੁਹਾਡੇ ਕਰਨਾ ਪ੍ਰੋਫੈਸਰ ਮਨਜੀਤ ਸਿੰਘ ਜੀ। ਅਜਿਹਾ ਲੱਗਦਾ ਹੈ ਕਿ ਵਿਰੋਧੀ ਧਿਰ ਜ਼ਿਆਦਾ ਵੰਡੀ ਹੋਣ ਕਰਕੇ ਇਹਦਾ ਫਾਇਦਾ ਤੁਹਾਨੂੰ ਨਹੀਂ ਲੱਗਦਾ ਸੱਤਾ ਧਿਰ ਨੂੰ ਹੋ ਸਕਦਾ? ਜੇ ਅਕਾਲੀ ਬੀਜੇਪੀ ਹੈ, ਹੁਣ ਪੀਡੀਏ ਹੈ, ਬਸਪਾ ਹੈ, ਆਮ ਆਦਮੀ ਪਾਰਟੀ ਹੈ, ਵਿਰੋਧੀ ਧਿਰਾਂ ਦਾ ਜ਼ਿਆਦਾ ਹੋਣਾ ਹੈਲਦੀ ਤਾਂ ਹੋ ਸਕਦਾ, ਪਰ ਵੋਟਾਂ ਦਾ ਵੰਡਿਆ ਜਾਣਾ ਸੱਤਾਧਾਰੀ ਧਿਰ ਲਈ ਵੀ ਹੈਲਦੀ ਹੋ ਸਕਦਾ। ਨਹੀਂ, ਇਹ ਨਾ ਪਿਛਲੀਆਂ ਇਲੈਕਸ਼ਨਾਂ ਦਾ ਤੁਸੀਂ ਅੰਕੜੇ ਕੁਝ ਦਿੱਤੇ ਸੀਗੇ, ਉਹ ਹੁਣ ਸੀਨ ਬਿਲਕੁਲ ਚੇਂਜ ਹੋ ਚੁੱਕਾ ਆ। ਕੋਈ ਗੁੱਸਾ ਕਰਨ ਦੀ ਲੋੜ ਨਹੀਂ, ਮੈਂ ਤਾਂ ਖੁਦ ਆਮ ਆਦਮੀ ਪਾਰਟੀ 'ਚ ਰਿਹਾ ਆ, ਪਰ ਹੁਣ ਉਹ ਹਾਲਾਤ ਆਮ ਆਦਮੀ ਪਾਰਟੀ ਦੇ ਇਸ ਵੇਲੇ ਇਲੈਕਸ਼ਨਾਂ 'ਚ ਨਹੀਂ ਹੋਣਗੇ ਜੋ 2017 ਦੇ ਵਿੱਚ ਸੀ। 2019 'ਚ ਵੀ ਆਪਾਂ ਦੇਖ ਹੀ ਲਿਆ ਹੈ ਨਾ, ਤੇ ਉਸ ਹਿਸਾਬ ਨਾਲ ਹੀ ਹੋਊਗੇ, ਉਸੇ ਡਾਇਰੈਕਸ਼ਨ 'ਚ ਹੀ ਹੋਊਗੇ। ਰਹੀ ਗੱਲ ਕਿ ਮੁੱਦਿਆਂ ਦੀ, ਬੜੀ ਸਾਰੇ ਪਾਰਟੀਆਂ ਨੇ ਕਿਹਾ ਕਿ ਮੁੱਦੇ ਨਹੀਂ ਹੋਏ, ਇਸ ਕਰਕੇ ਮੁੱਦੇ ਇੱਕ ਫੈਕਟਰ ਹੁੰਦਾ, ਜ਼ਰੂਰ ਹੁੰਦਾ। ਇਸ ਵੇਲੇ ਕਾਂਗਰਸ ਦੀ ਕੋਈ ਬਹੁਤ ਹਨੇਰੀ ਨਹੀਂ ਝੁੱਲ ਰਹੀ, ਉਦੋਂ ਐਂਟੀ ਇਨਕੰਪੈਂਸੀ ਹੋ ਗਈ ਸੀਗੀ ਜਿਹੜੀ 2017 ਦੇ ਵਿੱਚ, ਤੇ ਹੁਣ ਉਸ ਕਿਸਮ ਦੀ ਕੋਈ ਨਾ ਤੇ ਉਹਨਾਂ ਦੇ ਹੱਕ ਵਿੱਚ ਹਵਾ ਹੈਗੀ ਆ ਕਾਂਗਰਸ ਦੇ, ਨਾ ਕੋਈ ਬਹੁਤ ਵਿਰੋਧ ਦੇ ਵਿੱਚ ਕੋਈ ਚੱਲ ਰਹੀ ਹੈ ਕਿ ਹਾਂ ਇਹਨਾਂ ਨੂੰ ਮਜ਼ਾ ਚਖਾਉਣਾ ਆ। ਓਵਰਆਲ ਇਹੋ ਜਿਹੇ ਹਾਲਾਤ ਵਿੱਚ ਨੈਟ ਰਿਜ਼ਲਟ ਜਿਹੜੀ ਹਾਕਮ ਪਾਰਟੀ ਆ ਉਹ ਜ਼ਰੂਰ, ਜਿਵੇਂ ਤੁਸੀਂ ਸੋਚ ਰਹੇ ਹੋ, ਉਹ ਉਸ ਗੱਲ ਦਾ ਫਾਇਦਾ ਲੈ ਜਾਂਦੀ ਹੈਗੀ ਕਿ ਅਜੇ 2.5 ਸਾਲ ਸਰਕਾਰ ਆ, ਲੋਕ ਆ, ਸਰਪੰਚ ਆ, ਬੈਠੇ ਆ, ਕੰਮ ਕਰਾਉਣੇ ਹੁੰਦੇ ਆ, ਕੋਈ ਪਿੰਡਾਂ ਦੇ ਛੋਟੇ ਮੋਟੇ ਕੰਮ ਹੁੰਦੇ ਆ, ਫਿਰ ਬਿਊਰੋਕਰੇਸੀ ਆ, ਪੁਲਿਸ ਆ, ਉਹ ਸਾਰੇ ਰਾਜਨੀਤੀਕਰਨ ਹੋਇਆ ਹੈ, ਸਾਰਿਆਂ ਦਾ ਸਿਆਸੀਕਰਨ ਹੋਇਆ, ਉਹਨਾਂ ਸਾਰਿਆਂ ਦੀ ਜਿੱਥੋਂ ਤੱਕ ਵੀ ਵਰਤੇ ਜਾਂਦੇ ਆ ਉਹ ਵਰਤੇ ਜਾਂਦੇ ਆ। ਰਹੀ ਗੱਲ ਪੀਡੀਏ ਦੀ ਦਿੱਕਤ ਇਹ ਆ, ਇਹਨਾਂ ਨੂੰ ਇਹ ਇਸ ਤਰ੍ਹਾਂ ਤੇ ਠੀਕ ਆ ਕਿ ਉਹ ਪਿਛਲੀ ਵਾਰੀ ਉਹਨਾਂ ਨੇ ਕੱਟ ਵੱਟ ਕੀਤਾ, ਕੋਸ਼ਿਸ਼ ਕੀਤੀ, ਔਰ ਕੋਸ਼ਿਸ਼ ਕਰਨੀ ਵੀ ਚਾਹੀਦੀ ਸੀ, ਔਰ ਰਾਜਨੀਤਿਕ ਸਪੇਸ ਵੀ ਹੈਗੀ ਹੈ, ਤੀਜੀ ਧਿਰ ਲਈ ਰਾਜਨੀਤਿਕ ਸਪੇਸ ਬਣੀ ਹੋਈ ਆ, ਅਜੇ ਵੀ ਹੈਗੀ ਹੈ। ਲੋਕਾਂ ਦੇ ਮਨ ਵਿੱਚ ਆ ਕਿ ਇੱਕ ਨਵੀਂ ਕਿਸਮ ਦੀ ਰਾਜਨੀਤੀ ਪੰਜਾਬ ਦੇ ਵਿੱਚ ਆਵੇ, ਪਰ ਉਹ ਇਹ ਚੱਲ ਨਹੀਂ ਸਕਦਾ। ਉਹਦਾ ਕਾਰਨ ਇਹ ਹੈ ਕਿ ਕੋਈ ਵੀ ਤੁਸੀਂ ਯੂਪੀਏ ਸਮਝ ਲਓ ਜਾਂ ਐਨਡੀਏ, ਜਿਹੜੀਆਂ ਸਥਿਰ ਤੌਰ ਤੇ ਪਾਰਟੀਆਂ ਬਣਦੇ, ਇਹੋ ਜਿਹੇ ਫਰੰਟ ਬਣਦੇ ਆ, ਅਲਾਇੰਸ ਬਣਦੇ ਆ, ਉਹਨਾਂ 'ਚ ਇੱਕ ਧਿਰ ਬੜੀ ਸਟਰੋਂਗ ਹੁੰਦੀ ਹੈ, ਦੂਜੀਆਂ ਛੋਟੀਆਂ ਉਹਦੇ ਦੇ ਨਾਲ ਜੁੜਦੀਆਂ। ਹੁਣ ਇੱਥੇ ਇਸ ਤਰ੍ਹਾਂ ਦੀ ਕੋਈ ਵੀ ਬਣ ਨਹੀਂ ਸਕੀ ਨਾ, ਬਰਾਬਰਤਾ ਜੀ ਹੈ ਸਾਰੀਆਂ ਪਾਰਟੀਆਂ। ਬਿਲਕੁਲ ਜੇ ਇਹਨਾਂ 'ਚੋਂ ਤੁਸੀਂ ਸਭ ਤੋਂ ਤਕੜੇ ਸਮਝ ਲਓ ਇਹਨਾਂ ਸਾਰਿਆਂ 'ਚੋਂ, ਤੇ ਮੈਨੂੰ ਲੱਗਦਾ ਬੈਂਸ ਬ੍ਰਦਰ ਹੈ ਜਿਨ੍ਹਾਂ ਦੇ 2 MLA ਹੈਗੇ, ਠੀਕ ਹੈ ਨਾ, ਬਾਕੀ ਤੇ ਕੋਈ ਨਾਲ ਰਲੇ ਨਹੀਂ ਹੈ, ਬਾਕੀ ਦੇ ਤੇ ਕੁਝ, ਇਸ ਕਰਕੇ ਉਹ ਬੈਂਸ ਬ੍ਰਦਰ ਹੀ ਜੇ ਨਹੀਂ ਸੂਤਰ ਹਰੇ ਜਾਂ ਉਹ ਹੀ ਬਰਾਬਰ ਦਾ ਆ ਕੇ ਬੀਐਸਪੀ ਦੇ ਸਾਹਮਣੇ ਖੜੇ ਹੋ ਕੇ ਫਗਵਾੜੇ, ਹਾਂ ਪਰਸੋਂ ਤੱਕ ਹੋ ਜਾਏ ਤੇ ਗੱਲ ਅਲੱਗ ਹੈਗੀ ਆ, ਪਰ ਅੱਜ ਦੀ ਡੇਟ ਦੇ ਵਿੱਚ ਉਹ ਐਉਂ ਖਬਰਾਂ ਦੇ ਵਿੱਚ ਖਬਰ ਆ ਗਈ ਕਿ ਨਹੀਂ ਇਹ ਹੁਣ ਜਿਹੜਾ ਪੀਡੀਏ ਦੇ ਵਿੱਚ ਉਹ ਗੱਲ ਨਹੀਂ ਰਹੀ, ਉਹ ਰਹਿਣੀ ਵੀ ਮੁਸ਼ਕਲ ਹੁੰਦੀ ਆ। ਇੱਕ ਧਿਰ ਬੜੀ ਸਟਰੋਂਗ ਚਾਹੀਦੀ ਹੁੰਦੀ ਆ ਬਾਕੀ ਦਿਆਂ ਨੂੰ ਨਾਲ ਜੋੜਨ ਲਈ। ਉਹ ਇੱਕ ਇਲੈਕਸ਼ਨਾਂ ਦਾ ਪਿਛਲੀ ਵਾਰੀ ਦਾ ਮਤਲਬ ਪਲੈਂਕ ਸੀਗਾ, ਉਦੋਂ ਬਾਅਦ ਉਹ ਡਿਜ਼ੋਲਵ ਆਟੋਮੈਟਿਕਲੀ ਹੋ ਜਾਂਦਾ ਹੁੰਦਾ, ਉਹਦੇ 'ਚ ਬਹੁਤਾ ਨਹੀਂ ਰਿਹਾ। ਇਸ ਕਰਕੇ ਜਿਹੜੀ ਇਹ ਚੋਣ ਹੋਊਗੀ, ਮੇਰਾ ਸੋਚਣਾ ਇਹ ਹੈ ਕਿ ਬਾਈਪੋਲਰ ਟਾਈਪ ਜ਼ਿਆਦਾ ਹੋਊਗੀ। ਇੱਕ ਪਾਸੇ ਕਾਂਗਰਸ ਤੇ ਹੈ ਹੀ ਹੈ, 2 ਸੀਟਾਂ ਦੇ ਉੱਤੇ ਬੀਜੇਪੀ ਹੋਊਗੀ ਤੇ 2 ਸੀਟਾਂ ਦੇ ਉੱਤੇ ਅਕਾਲੀ ਹੋਣਗੇ, ਔਰ ਸਭ ਤੋਂ ਇੰਟਰਸਟਿੰਗ ਜਿਹੜੀ ਹੋਊਗੀ ਉਹ ਜਲਾਲਾਬਾਦ ਦੀ ਹੋਊਗੀ। ਔਰ ਦੂਜਾ ਜਿਹੜੀਆਂ ਵੋਟਾਂ ਪੈਂਦੀਆਂ ਨਾ, ਮੈਂ ਜਿੱਥੇ ਗੱਲ ਦੁਬਾਰਾ ਉੱਥੇ ਗਾ ਕੇ ਖਤਮ ਕਰਦਾ, ਵੋਟਾਂ ਮੁੱਦਿਆਂ ਦਾ ਇੱਕ ਫੈਕਟਰ ਹੁੰਦਾ, ਉਹਦੇ
ਉਹਦੇ 'ਚ ਧਰਮ ਆਉਂਦਾ, ਉਹਦੇ 'ਚ ਜਾਤ ਆਉਂਦੀ, ਉੱਥੇ ਪੁਰਾਣੇ ਕੰਮ, ਲੰਮਾ ਇਤਿਹਾਸ ਲੋਕਾਂ ਦੀ ਮੈਮਰੀ 'ਚ ਜਿਹੜੇ ਨਾਲ ਜੁੜੇ ਹੋਏ ਜਥੇਬੰਦੀ ਜਿਨ੍ਹਾਂ ਨੇ ਤੱਕੜੀ 'ਚ ਜਨਰੇਸ਼ਨ ਇਲੈਕਸ਼ਨ 'ਚ ਦੇਖ ਚੁੱਕੇ ਹਾਂ ਸਾਰੀਆਂ ਚੀਜ਼ਾਂ। ਹਾਂਜੀ, ਜਿਨ੍ਹਾਂ ਨੇ ਇਹਨੇ ਦੇਰ ਵੋਟਾਂ ਪਾਈਆਂ ਹੁੰਦੀਆਂ ਪਾਰਟੀ ਨੂੰ, ਉਹ ਇੱਕਦਮ ਨਹੀਂ ਛੱਡਦੇ, ਉਹ ਬਹੁਤ ਬੜੀ ਦੇਰ ਵੇਟ ਕਰਦੇ ਆ ਵੀ, ਕਿਉਂਕਿ ਉਹਨਾਂ ਨੂੰ ਨੁਕਸਾਨ ਹੁੰਦਾ ਨਾ ਦੂਜੇ ਪਾਸੇ ਜਾ ਕੇ। ਇਸ ਕਰਕੇ ਬੜਾ ਇੱਕ ਕੰਪਲੈਕਸ ਪ੍ਰੋਸੈਸ ਹੁੰਦਾ ਆ, ਔਰ ਉਸ ਨੂੰ ਖਾਸ ਕਰ ਲੋਕਾਂ ਦੇ ਹਿੱਤ ਵੀ ਹੁੰਦੇ ਆ, ਨਿੱਜੀ ਰਿਲੇਸ਼ਨ ਵੀ ਹੁੰਦੇ ਆ ਬਹੁਤ ਸਾਰੇ। ਇਸ ਕਰਕੇ ਇਹ ਬੜਾ ਕੰਪਲੈਕਸ ਪ੍ਰੋਸੈਸ ਹੈ, ਉਹਨੂੰ ਤੁਸੀਂ ਇੰਜ ਸਟੇਟ ਫਾਰਵਰਡ ਮੁੱਦਿਆਂ ਦੇ ਉੱਤੇ ਸੀਮਿਤ ਕਰਕੇ ਨਹੀਂ ਦੇਖ ਸਕਦੇ, ਰੱਖ ਸਕਦੇ ਮੁੱਦਿਆਂ ਦੇ ਉੱਤੇ। ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣਗੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। 4 ਜ਼ਿਮਨੀ ਚੋਣਾਂ ਪੰਜਾਬ ਦੇ ਵਿੱਚ ਆ ਗਈਆਂ ਨੇ ਤੇ ਕਿਹੜੇ ਮੁੱਦੇ ਭਾਰੀ ਰਹਿਣ ਵਾਲੇ ਨੇ, ਔਰ ਖਾਸ ਤੌਰ ਤੇ ਸੱਤਾਧਾਰੀ ਧਿਰ ਦੇ ਨਾਲ ਵਿਰੋਧੀ ਧਿਰ ਦਾ ਵੀ ਟੈਸਟ ਹੋਣ ਵਾਲਾ ਕਿ ਅਸਲ ਦੇ ਵਿੱਚ ਪੰਜਾਬ ਦੀ ਵਿਰੋਧੀ ਧਿਰ ਹੈ ਕੌਣ ਹੈ ਔਰ ਲੋਕ ਐਕਸੈਪਟ ਕਿਹਨੂੰ ਕਰਦੇ ਨੇ। ਡਾਕਟਰ ਚੀਮਾ ਸਾਹਿਬ, ਅਕਸਰ ਇਹ ਕਿਉਂ ਹੁੰਦਾ ਹੈ ਕਿ ਜਿਹੜੀਆਂ ਵਿਧਾਨ ਸਭਾ ਚੋਣਾਂ 2017 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਉਸ ਤੋਂ ਬਾਅਦ ਜਿਹੜੇ ਮੁੱਦੇ ਉਦੋਂ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਕੇ ਗਏ, ਭਾਵੇਂ ਉਸ ਵੇਲੇ ਦੀ ਓਪੋਜੀਸ਼ਨ ਚੱਕੇ ਜਾਂ ਹੁਣ ਵੇਲੇ ਦੀ ਤੁਹਾਡੀ ਓਪੋਜੀਸ਼ਨ ਹੈ, ਉਹ ਮੁੱਦੇ ਗਾਇਬ ਹੋ ਜਾਂਦੇ ਨੇ। ਹੁਣ ਉਹਨਾਂ ਨੇ ਉਹ ਬਹੁਤ ਸਾਰੇ ਮੁੱਦਿਆਂ ਤੇ ਚਰਚਾ ਕੀਤੀ ਸੀ, ਉਹ ਮੁੱਦੇ ਹੁਣ ਇਹਨਾਂ ਇਲੈਕਸ਼ਨ ਦੇ ਵਿੱਚ ਐਗਜ਼ਿਸਟ ਹੀ ਨਹੀਂ ਕਰਦੇ। ਹੁਣ ਮੁੱਦੇ ਦੀ ਨੁਹਾਰ ਹੀ ਬਦਲ ਗਈ ਹੈ ਕਿ ਉਹ ਫਲਾਣਾ ਜਿਹੜਾ ਕੈਂਡੀਡੇਟ ਹੈ, ਉਹ ਕੈਂਡੀਡੇਟ ਦਾ ਇਹ ਪਿਛੋਕੜ ਹੈ ਜੀ, ਉਹ ਕੈਂਡੀਡੇਟ ਇਸ ਚੀਜ਼ ਚੱਲ ਰਿਹਾ ਹੋਇਆ। ਉਹਨਾਂ ਮੁੱਦਿਆਂ ਦੀ ਜਿਹੜੇ ਲੋਕਾਂ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਬਾਰੇ ਚਰਚਾ ਬਹੁਤ ਘੱਟ ਰਹਿੰਦੀ ਹੈ। ਦੇਖੋ ਗੱਲ ਇਹ ਹੈ ਕਿ ਪਹਿਲਾਂ ਹੁੰਦੇ ਆ ਇਲੈਕਸ਼ਨ ਦੇ ਟਾਈਮ ਤੇ ਪਾਰਟੀਆਂ ਦੇ ਮੁੱਦੇ, ਹੁਣ ਤਾਂ ਲੋਕਾਂ ਦੇ ਮੁੱਦੇ ਬਣ ਗਏ, ਕਿਉਂਕਿ ਲੋਕਾਂ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਕਰਜ਼ੇ ਮਾਫੀ ਦੇ ਕਰਕੇ, ਹੁਣ ਉਹਨੂੰ ਸਾਨੂੰ ਸਮਝਾਉਣ ਦੀ ਜਾਂ ਰੌਲਾ ਪਾਉਣ ਦੀ ਲੋੜ ਨਹੀਂ ਪੈਂਦੀ ਕਿ ਇਹਨੇ ਤੇਰੇ ਨਾਲ ਧੋਖਾ ਕੀਤਾ। ਹੁਣ ਤਾਂ ਉਹ ਸੱਥ ਦੇ ਵਿੱਚ ਆ ਕੇ ਜਦੋਂ ਸਾਡੇ ਲੀਡਰ ਬੋਲਣ ਜਾਣਗੇ ਉੱਠ ਕੇ ਯਾਦ ਕਰਾਉਂਦੇ ਆ ਜੀ ਵੀ ਹਲਕੀ ਨੂੰ ਆਉਣ ਦਿਓ ਸਾਡੇ ਪਿੰਡ, ਫਿਰ ਇਹਨੂੰ ਦੱਸਾਂਗੇ ਵੀ ਕਿੱਦਾਂ ਸਾਡੇ ਨਾਲ ਕਿੱਦਾਂ ਜਿਹੜੀ ਹੈ ਗੱਲ ਕਰੀਦੀ। ਇਸ ਕਰਕੇ ਪਾਰਟੀਆਂ ਨੂੰ ਪਤਾ ਹੁਣ ਕਿ ਕਿਹੜਾ ਮਸਲਾ ਜਿਹੜਾ ਉਹ ਲੋਕਾਂ ਨੇ ਹੰਢਾ ਕੇ ਦੇਖ ਲਿਆ, ਹੁਣ ਇਹਨਾਂ ਨੂੰ ਇਸ ਗੱਲ ਨੂੰ ਸਮਝਾਉਣ ਦੀ ਲੋੜ ਨਹੀਂ। ਉੱਥੇ ਨਵੀਆਂ ਗੱਲਾਂ ਹੋਰ ਜਿਹੜੀਆਂ ਡਿਵੈਲਪਮੈਂਟ ਦੀਆਂ, ਪਿੰਡ ਦੀਆਂ ਜੋ ਪੈਸੇ ਵਾਪਸ ਹੋਏ, ਕੋਈ ਹੋਰ ਗੱਲਾਂ ਹੋਈਆਂ, ਜਿਹੜੀ ਇਲੈਕਸ਼ਨਾਂ ਦੇ ਵਿੱਚ ਮਾਰ ਕੁਟਾਈ ਹੋਈ, ਜਿਹੜੇ ਲੋਕਾਂ ਦੇ ਨੋਮੀਨੇਸ਼ਨ ਰਿਜੈਕਟ ਹੋਏ, ਹੁਣ ਹੋਰ ਇਸ ਤੋਂ ਇਲਾਵਾ ਜਿਹੜੇ ਪਰਸਨਲ ਮੁੱਦੇ ਲੋਕਾਂ ਦੇ ਸਰਕਾਰ ਦੀਆਂ ਜ਼ਿਆਦਤੀਆਂ ਕਰਕੇ ਇੰਨੇ ਹੋ ਜਾਂਦੇ ਆ ਕਿ ਸਾਰੇ ਮਸਲੇ ਇੱਕ ਥਾਂ ਤੇ ਡਿਸਕਸ ਕਦੀ ਵੀ ਨਹੀਂ ਹੁੰਦੇ। ਪਰ ਇਹ ਚੀਜ਼ਾਂ ਲੋਕਾਂ ਦੇ ਘਰ ਗਈਆਂ। ਹੁਣ ਨੌਜਵਾਨਾਂ ਨੂੰ ਸਮਝਾਉਣ ਦੀ ਲੋੜ ਨਹੀਂ ਕਿ ਘਰ ਨੌਕਰੀ ਕਿਹਾ ਸੀ ਮਿਲੀ ਹੈ ਕਿ ਨਹੀਂ ਮਿਲੀ, ਇਹ ਜਿੰਨੇ ਮਰਜ਼ੀ ਡਾਟੇ ਦੇਣ, ਪਰ ਜਿਹੜੇ ਹੱਥ 'ਚ ਡਿਗਰੀ ਆ ਤੇ ਜੋ ਉਹਦੀ ਹਾਲਤ ਹੁੰਦੀ ਹੈ ਜਦੋਂ ਉਹ ਜਾਂਦਾ ਇੰਟਰਵਿਊਆਂ ਤੇ, ਜੋ ਜਲਾਲਤ ਉਹਨੂੰ ਫੇਸ ਕਰਨੀ ਪੈਂਦੀ ਹੈ, ਉਹਨੂੰ ਮੈਨੂੰ ਥੋੜੀ ਦੱਸਣ ਦੀ ਲੋੜ ਹੈ। ਉਹ ਆਪਣੇ ਪਿੰਡੇ ਤੇ ਹੰਡਾਰਿਆ। ਇਸ ਕਰਕੇ ਮੈਂ ਸਮਝਦਾ ਨਾ ਕਿ ਸਰਕਾਰ ਨੂੰ ਕੁਝ ਦੇਰ ਐਡਵਾਂਟੇਜ ਹੁੰਦਾ। ਅੱਛਾ ਚਲੋ ਇੱਕ ਗੱਲ ਦੱਸੋ ਚੀਮਾ ਸਾਹਿਬ, ਹੁਣ ਇਹਨਾਂ ਦੀ ਟੇਕ ਜਿਹੜੀ ਹੁੰਦੀ ਹੈ ਇੱਕੋ ਗਲਤੀ ਹੈ, ਜਿਹੜਾ ਅੱਗੇ ਵਾਲਾ ਕੰਮ ਹੈ ਕਿ ਜੇ ਸਰਪੰਚਾਂ ਨੂੰ ਦਬਕੇ ਮਾਰ ਲਓ ਕਿ ਤੇਰੇ ਪਿੰਡੋਂ ਜੇ ਜਿੱਤ ਕੇ ਤੇ ਆਹ ਕਰ ਦਿਆਂਗੇ, ਤੈਨੂੰ ਅੰਦਰ ਕਰ ਦਿਆਂਗੇ, ਤੇਰਾ ਉਹ ਕਰ ਦਿਆਂਗੇ, ਇਹੀ ਇਹਨਾਂ ਕੋਲ ਇੱਕ ਕੰਮ ਰਹਿ ਗਿਆ ਸਰਕਾਰੀ ਮੁਲਾਜ਼ਮਾਂ ਨੂੰ ਦਬਾਉਣ ਦਾ, ਦੂਜਾ ਦਬਾਉਣ ਦਾ। ਅਦਰਵਾਈਜ਼ ਹੁਣ ਗਵਰਨਮੈਂਟ ਨੂੰ ਵੀ ਕਲੀਅਰ ਆ ਕਿ ਸਾਨੂੰ ਲੋਕੀ ਹੁਣ ਮੂੰਹ ਨਹੀਂ ਲਾ ਰਹੇ ਤੇ ਲੋਕਾਂ ਦੇ ਵਿੱਚ ਬਹੁਤ ਵੱਡੀ ਨਿਰਾਸ਼ਤਾ। ਇਹਨਾਂ ਦੇ ਸੀਨੀਅਰ ਲੀਡਰ ਖੁੱਲ੍ਹ ਕੇ ਪੁੱਛਦੇ ਆ, ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀਆਂ ਕਿੰਨੀ ਵਾਰੀ ਸਟੇਟਮੈਂਟ ਖੁੱਲ੍ਹ ਕੇ ਆ ਗਈਆਂ, ਸਰਜੀਤ ਸਿੰਘ ਧਮਾਨ ਹੋਰਾਂ ਦੀਆਂ ਸਟੇਟਮੈਂਟਾਂ ਖੁੱਲ੍ਹ ਕੇ ਆ ਗਈਆਂ, ਰਜ਼ੀਆ ਸੁਲਤਾਨਾ ਜੀ ਖੁਦ ਮੰਤਰੀ ਆ, ਆਪ ਉਹਨਾਂ ਨੇ ਨਸ਼ਿਆਂ ਦੇ ਬਾਰੇ 'ਚ ਕਿੰਨਾ ਕੁਝ ਕਹਿਤਾ। ਇਸੇ ਤਰ੍ਹਾਂ ਹੀ ਆ ਇਹਨਾਂ ਦੇ ਮੰਤਰੀ ਸਾਹਿਬ ਸੀਗੇ ਜਿਹੜੇ ਬਿਜਲੀ ਵਾਲੇ, ਪਹਿਲਾਂ ਹੁਣ ਕਾਂਗੜ ਸਾਹਿਬ ਜੀ, ਉਹਨਾਂ ਦਾ ਥੋੜੇ ਦਿਨ ਪਹਿਲਾਂ ਟੀਵੀ ਤੇ ਹੈਲਪਲੈਸ ਹੋ ਕੇ ਵੀ ਸਾਡੀ ਕੋਈ ਸੁਣਦਾ ਨਹੀਂ, ਅਫਸਰਸ਼ਾਹੀ ਚਲਾ ਰਹੀ ਹੈ। ਇੱਕ ਗੱਲ ਦੱਸੋ, ਸਰਕਾਰ ਤਾਂ ਪਰ ਇਹ ਕਿਹਾ ਜਾਣਾ ਜਾਂ ਸੀਐਮ ਸਾਹਿਬ ਦਾ ਇਹ ਵੀ ਕਿਹਾ ਜਾਣਾ ਕਿ ਸਾਨੂੰ ਕੋਈ ਖਾਸ ਫਰਕ ਨਹੀਂ ਪੈਂਦਾ, ਕਿਉਂਕਿ ਐਮਐਲਏ ਦੀ ਨੰਬਰਾਂ ਦੀ ਗਿਣਤੀ ਦੇ ਵਿੱਚ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਹੈ। ਜੇ 4 ਦੇ ਵਿੱਚੋਂ 2, 3, 1 ਵੀ ਨਹੀਂ ਆਉਂਦੀ ਤਾਂ ਕੋਈ ਫਰਕ ਤਾਂ ਸਰਕਾਰ ਨੂੰ ਤਾਂ ਘੱਟੋ ਘੱਟ ਕੋਈ ਫਰਕ ਨਹੀਂ ਪੈਣਾ। ਨਹੀਂ, ਇਹ ਜਿਹੜੀ ਹੈ ਉਹਨਾਂ ਨੇ ਹਾਲਾਤ ਨੂੰ ਭਾਂਪਣ ਤੋਂ ਬਾਅਦ ਇਹ ਗੱਲ ਕਹੀ ਹੈ, ਜਦੋਂ ਡਾਊਨ ਪਲੇ ਕਰਨੀ ਹੋਵੇ ਗੱਲ ਇਸੇ ਤਰ੍ਹਾਂ ਹੀ ਹੁੰਦਾ ਕਿ ਸਾਨੂੰ ਕੋਈ ਬਹੁਤਾ ਨਹੀਂ ਫਰਕ ਪੈਂਦਾ, ਸਾਡੇ ਕੋਲ ਮੈਜੋਰਟੀ ਹੈ, ਬਾਈ ਇਲੈਕਸ਼ਨ ਹੈ, ਇਹਦੇ 'ਚ ਕਈ ਗੱਲਾਂ ਮੈਟਰ ਕਰਦੀਆਂ। ਇਹ ਆਲਰੇਡੀ ਉਸੇ ਡਾਇਰੈਕਸ਼ਨ ਦੇ ਵਿੱਚ ਹੈ ਕਿ ਜਿਹੜੀ ਮੈਂ ਕਹਿ ਰਿਹਾ ਕਿ ਜਦੋਂ ਪਤਾ ਹੁੰਦਾ ਕਿ ਨਹੀਂ ਹਾਲਾਤ ਹੁਣ ਠੀਕ ਨਹੀਂ ਹੈ ਤੇ ਉਸ ਸਥਿਤੀ ਨੂੰ ਪਹਿਲਾਂ ਤੋਂ ਡਾਊਨ ਪਲੇ ਕਰਨ ਦੀ ਕੋਸ਼ਿਸ਼ ਹੈ। ਠੀਕ ਹੈ। ਬਲਵਿੰਦਰ ਕੰਗ ਸਾਹਿਬ, ਬੀਜੇਪੀ ਖਾਸ ਤੌਰ ਤੇ ਲੋਕ ਸਭਾ ਚੋਣਾਂ ਦੇ ਵਿੱਚ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਮੋਦੀ ਸਾਹਿਬ ਦੇ ਨਾਮ ਤੇ ਵੋਟ ਮੰਗੀ ਗਈ। ਤੁਸੀਂ ਕਹਿੰਦੇ ਹੋ ਕਿ ਕੇਂਦਰ ਦੇ ਇਸ਼ੂ ਹੋਰ ਹੁੰਦੇ ਨੇ, ਸਟੇਟ ਦੇ ਇਸ਼ੂ ਹੋਰ ਹੁੰਦੇ ਨੇ, ਹੁਣ ਫਿਰ 2 ਬਾਈਪੋਲ ਇਲੈਕਸ਼ਨਸ ਨੇ, ਹੁਣ ਕਿਹਦੇ ਨਾਮ ਤੇ ਵੋਟ ਮੰਗੀ ਜਾਏਗੀ? ਨਹੀਂ, ਉਹਦਾ ਮੈਂ ਤੁਹਾਨੂੰ ਸਪਸ਼ਟ ਕਰਦਾ, ਉਹ ਗੱਲ ਆਪਣੀ ਵਿੱਚ ਹੀ ਰਹਿ ਗਈ ਸੀ। ਦੇਖੋ, ਇਹ ਇਸ ਗੱਲ ਤੋਂ ਤੁਸੀਂ ਸਹਿਮਤ ਹੋਵੋਗੇ ਵੀ ਗੁਰੂ ਸਾਹਿਬ ਦੀ ਬੇਅਦਬੀ ਵਾਲਾ ਇਸ਼ੂ ਪੰਜਾਬ 'ਚ ਬਹੁਤ ਵੱਡਾ ਇਸ਼ੂ ਆ, ਪੂਰੇ ਪੰਜਾਬ 'ਤੇ ਉਹਦਾ ਇਫੈਕਟ ਪੈਂਦਾ। ਲੋਕ ਸਭਾ ਤੋਂ ਇਮੀਡੀਏਟਲੀ ਪਹਿਲਾਂ ਹਰਪ੍ਰੀਤ ਜੀ ਤੁਹਾਨੂੰ ਯਾਦ ਹੋਊਗਾ ਮੌਜੂਦਾ ਕਾਂਗਰਸ ਦੀ ਸਰਕਾਰ ਨੇ 2-3 ਪੁਲਿਸ ਅਫਸਰਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ, ਬੜੀ ਹਲਚਲ ਦਿਖਾਈ। ਉਹ ਕਿਤੇ ਨਾ ਕਿਤੇ ਸੈਂਟੀਮੈਂਟਸ ਜਿਹੜੇ ਲੋਕਾਂ ਨਾਲ ਖੇਡਿਆ, ਉਸ ਤੋਂ ਬਾਅਦ ਆਊਟਪੁੱਟ ਤੇ ਕੋਈ ਕੁਝ ਨਹੀਂ ਆਈ। ਉਹਦੇ ਕਰਕੇ ਮੈਨੂੰ ਲੱਗਦਾ ਹੈ ਵੀ ਫਿਰ ਇੱਕ ਵਾਰ ਲੋਕਾਂ ਦਾ ਇੱਕਦਮ ਸੈਂਟੀਮੈਂਟ ਜਦੋਂ ਜਾਗਦੇ ਆ ਤੇ ਧਾਰਮਿਕ ਤੌਰ ਤੇ ਖਾਸ ਕਰ ਉਹ ਲੋਕਾਂ ਦਾ ਝੁਕਾਅ ਬਣ ਜਾਂਦਾ, ਉਹਦਾ ਫਾਇਦਾ ਕਾਂਗਰਸ ਨੂੰ ਲੋਕ ਸਭਾ 'ਚ ਹੋਇਆ ਹੀ ਹੋਇਆ। ਰਹੀ ਗੱਲ ਹੁਣ, ਦੇਖੋ
ਸਰਕਾਰ ਗਵਰਨੈਂਸ ਦੇ ਨਾਂ ਤੇ ਫੇਲ ਰਹੀ ਹੈ। ਇਸ ਤੋਂ ਇਲਾਵਾ ਐਕਸੈਸਿਬਿਲਿਟੀ ਵੀ ਬਹੁਤ ਵੱਡਾ ਇੱਕ ਇਹਦੇ ਚ ਪੁਆਇੰਟ ਹੈ। ਜਿਸ ਤਰ੍ਹਾਂ ਬਾਦਲ ਸਾਹਿਬ ਸੀਗੇ ਉਸ ਟਾਈਮ, ਉਹ ਇੱਕ ਪਿੰਡ ਜਾਂਦੇ ਸੀ, ਐਮਐਲਏਆਂ ਦੀ ਜਾਂ ਮੰਤਰੀਆਂ ਦੀ ਗੱਲ ਛੱਡੋ, ਇੱਕ ਆਮ ਵਰਕਰ ਨੂੰ ਮਿਲਣ ਦਾ ਜਿਹੜਾ ਉਹਨਾਂ ਦਾ ਤਰੀਕਾ ਸੀ, ਉਹ ਪੰਜਾਬ ਦੀ ਰਾਜਨੀਤੀ 'ਚ ਬਹੁਤ ਵੱਡਾ ਕਾਰਨ ਹੈ। ਦੂਸਰੀ ਗੱਲ, ਜਿਹੜੇ ਕਾਂਗਰਸ ਦੇ ਪਿਛਲੇ 2.5 ਸਾਲਾਂ 'ਚ ਐਮਐਲਏ ਆ ਜਾਂ ਮੰਤਰੀ ਆ, ਉਹੀ ਆਪੋਜੀਸ਼ਨ ਦਾ ਬਹੁਤ ਵੱਡਾ ਰੋਲ ਅਦਾ ਕਰ ਰਿਹਾ। ਉੱਥੇ ਤੇ ਲੋਕਾਂ ਨੂੰ ਭਰੋਸਾ ਕਰਨਾ ਬਣਦਾ ਹੀ ਆ। ਆਊਟਪੁੱਟ ਕੀ ਆ? ਨਿੱਜੀ ਇਸ਼ੂ ਵੀ ਹੁੰਦੇ ਆ। ਕੈਂਡੀਡੇਟ ਕਿਸ ਤਰ੍ਹਾਂ ਦਾ ਆ, ਬਾਹਰ ਲਾਇਆ ਕਿ ਅੰਦਰ ਲਾਇਆ, ਲੋਕਾਂ ਨਾਲ ਜੁੜਿਆ, ਉਹਦੀ ਇਮੇਜ ਕੀ ਹੈ, ਇਹ ਵੀ ਇਲੈਕਸ਼ਨ 'ਚ ਕਾਊਂਟ ਕਰਦਾ ਹੈ। ਪਿੰਡ ਨੂੰ ਕਿਸ ਤਰ੍ਹਾਂ ਦੀ ਗ੍ਰਾਂਟ ਆਈ, ਨਹੀਂ ਆਈ, ਉਹ ਪਿਛਲੀਆਂ ਜਿਹੜੀਆਂ ਸਕੀਮਾਂ ਸੀ ਉਹਨਾਂ ਦਾ ਅਸਰ ਕੀ ਸੀ ਤੇ ਮੌਜੂਦਾ ਸਰਕਾਰ ਨੇ ਉਹਨਾਂ ਨੂੰ ਅੱਗੇ ਤੋਰਿਆ ਕਿ ਨਹੀਂ ਤੋਰਿਆ, ਇਹ ਸਾਰੀਆਂ ਚੀਜ਼ਾਂ ਵੀ ਕਾਊਂਟ ਕਰਦੀਆਂ। ਇਸ ਕਰਕੇ ਦੂਸਰੀ ਜਿਹੜੀ ਗੱਲ, ਸਾਡਾ ਜਿਹੜਾ ਅਲਾਈਅੰਸ ਹੈ, ਪਰ ਉਮੀਦਵਾਰ ਵੀ ਤਾਂ ਨਿਰਭਰ ਕਰਦਾ ਹੈ। ਹੁਣ ਤਾਂ ਮੈਂ ਕਿਹਾ ਨਾ, ਬੀਜੇਪੀ ਦੇ ਉਮੀਦਵਾਰ ਦੇ ਵੀ ਖਿਲਾਫ ਝੰਡਾ ਬਰਦਾਰ ਬੜੇ ਖੜੇ ਹੋ ਗਏ ਨੇ ਨਹੀਂ, ਸਾਨੂੰ ਦੇਣੀ ਚਾਹੀਦੀ ਸੀ ਟਿਕਟ, ਉਹਨਾਂ ਨੂੰ ਦਿੱਤੀ ਹੈ। ਇਹਨਾਂ ਚੀਜ਼ਾਂ ਦਾ ਤਾਂ ਫਰਕ ਪੈਂਦਾ ਹੀ ਹੈ ਕਿ ਸਿਰਫ ਮੁੱਦਿਆਂ ਤੇ ਸਿਆਸਤ ਰਹਿੰਦੀ ਨਹੀਂ। ਬੀਜੇਪੀ 'ਚ ਨੋ ਡਾਊਟ ਟਿਕਟ ਮੰਗਣ ਦੇ ਟਾਈਮ ਬਹੁਤ ਸਾਰੇ ਕੈਂਡੀਡੇਟ ਹੋ ਸਕਦੇ ਆ, ਲੇਕਿਨ ਜਦੋਂ ਟਿਕਟ ਮਿਲ ਜਾਂਦੀ ਆ, ਬੜੀ ਡਿਸਪਲਿਨਡ ਪਾਰਟੀ ਆ। ਰਜੇਸ਼ ਬਾਘਾ ਜਿਹੜੇ ਫਗਵਾੜੇ ਤੋਂ ਲੜ ਰਹੇ, ਬਹੁਤ ਪੁਰਾਣੇ ਪਾਰਟੀ ਦੇ ਵਰਕਰ ਹੈ, ਐਸਸੀ ਕਮਿਸ਼ਨ ਦੇ ਮੈਂਬਰ ਰਹੇ ਆ, ਐਸਸੀ ਮੋਰਚੇ ਬੀਜੇਪੀ ਦੇ ਪ੍ਰਧਾਨ ਰਹੇ ਆ। ਜੰਗੀ ਲਾਲ ਮਹਾਜਨ ਵੀ ਬਹੁਤ ਪੁਰਾਣੇ ਪਾਰਟੀ ਦੇ ਵਰਕਰ ਹੈ, ਉਹਨਾਂ ਦਾ ਆਪਣਾ ਵੀ ਰਸੂਖ ਆਧਾਰ ਹੈਗਾ। ਇਸ ਕਰਕੇ ਕਿਸੇ ਤਰ੍ਹਾਂ ਦਾ, ਦੂਸਰੀ ਜਿਹੜੀ ਮੈਂ ਗੱਲ ਕਵਾਂ, 10 ਸਾਲ ਦੀ ਜਿਹੜੀ ਐਂਟੀ ਇਨਕੰਬੈਂਸੀ ਸੀ 2017 ਚ, ਉਹ ਸੁਭਾਵਿਕ ਤੌਰ ਤੇ ਬਣ ਜਾਂਦੀ ਆ। ਲੇਕਿਨ 2.5 ਸਾਲਾਂ ਨੂੰ ਜਦੋਂ ਹੁਣ ਲੋਕ ਦੇਖਦੇ ਤੇ ਲੋਕ ਆਪਣੇ ਆਪ ਕਹਿ ਰਿਹਾ ਵੀ ਨਹੀਂ, ਉਹ ਪਹਿਲੀ ਸਰਕਾਰ ਹੀ ਠੀਕ ਸੀ। ਇਹਨਾਂ ਨੇ ਤੇ ਬਿਲਕੁਲ, ਜਿਹੜੀ ਮੈਂ ਪਹਿਲਾਂ ਸ਼ਬਦ ਵਰਤਿਆ, ਐਕਸੈਸਿਬਿਲਿਟੀ ਆਫ ਜਿਹੜੇ ਲੀਡਰ ਦੀ ਆ, ਮੁਖੀਏ ਦੀ, ਉਹ ਵੀ ਮਤਲਬ ਬਹੁਤ ਦੂਰ ਦੀ ਗੱਲ ਆ। ਕੰਮ ਤੇ ਵੈਲਫੇਅਰ ਦੇ ਹੋਣੇ ਨਹੀਂ ਹੋਣੇ, ਉਹ ਤੇ ਬਹੁਤ ਬਾਅਦ ਦੀ ਗੱਲ। ਨੀਲ ਕਰਕ ਸਾਹਿਬ, ਜਿਵੇਂ ਚੀਮਾ ਸਾਹਿਬ ਨੇ ਕਿਹਾ ਕਿ ਜਦੋਂ ਵੱਡੀ ਇਲੈਕਸ਼ਨ ਹੁੰਦੀ ਹੈ, ਜਿਵੇਂ ਵਿਧਾਨ ਸਭਾ ਦੀ ਇਲੈਕਸ਼ਨ ਹੁੰਦੀ ਹੈ, ਤਾਂ ਪ੍ਰਚਾਰ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਕਰਨਾ ਪੈਂਦਾ ਹੈ, ਕਿਉਂਕਿ ਆਪਣੀ ਕਾਬਲੀਅਤ ਦੱਸਣੀ ਪੈਂਦੀ ਹੈ ਕਿ ਅਸੀਂ ਆਹ ਕਰਾਂਗੇ, ਆਹ ਕਰਾਂਗੇ। ਪਰ ਜਦੋਂ ਜ਼ਿਮਨੀ ਚੋਣ ਆ ਚੁੱਕੀ ਹੁੰਦੀ ਹੈ, 2.5 ਸਾਲਾਂ ਦਾ ਕਾਰਜਕਾਲ ਲੋਕੀ ਦੇਖ ਚੁੱਕੇ ਹੁੰਦੇ ਨੇ ਮੌਜੂਦਾ ਸਰਕਾਰ ਦਾ, ਹੁਣ ਪ੍ਰਚਾਰ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਜ਼ਿਆਦਾ ਜ਼ੋਰ ਲਾਣਾ ਪਏਗਾ, ਕਿਉਂਕਿ ਉਹੀ ਗੱਲਾਂ ਉਹਨਾਂ ਨੂੰ ਹੀ ਘੇਰਨਗੇ ਜਿਹੜੀਆਂ ਗੱਲਾਂ ਕਰਕੇ ਉਹ ਸੱਤਾ ਦੇ ਵਿੱਚ ਆਏ ਸੀ? ਬਿਲਕੁਲ, ਜਾਨੀ ਕਿ ਨਾ ਕਾਫੀ ਹੱਦ ਤੱਕ ਚੀਮਾ ਸਾਹਿਬ ਨੇ ਜੋ ਗੱਲ ਆਖੀ ਹੈ ਉਹ ਸੱਚੀ ਆਖੀ ਆ। ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜੇ ਮੇਨ ਮੁੱਦੇ ਹੁੰਦੇ ਆ, ਉਹ ਮੁੱਦੇ ਪ੍ਰਚਾਰ ਤੰਤਰ ਦੇ ਅੱਗੇ ਫਿੱਕੇ ਪੈ ਜਾਂਦੇ ਆ। ਤੁਸੀਂ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਵੇਖੋ, ਬੀਜੇਪੀ ਨੇ ਨੋਟਬੰਦੀ ਲਾਗੂ ਕੀਤੀ ਔਰ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਕਿ ਨੋਟਬੰਦੀ ਇੱਕ ਬੜਾ ਕ੍ਰਾਂਤੀਕਾਰੀ ਕਦਮ ਚੁੱਕਿਆ। ਜੀਐਸਟੀ ਬਾਰੇ ਆਖਿਆ ਗਿਆ, ਜਦੋਂ 2-2 ਕਰੋੜ ਨੌਕਰੀਆਂ ਦੇਣ ਦੀ ਗੱਲ ਕੀਤੀ ਸੀ, ਬਹੁਤ ਪ੍ਰਚਾਰ ਕੀਤਾ। ਜਦੋਂ ਸਰਕਾਰ 2014 ਵਿੱਚ ਬਣੀ ਸੀ, ਦੁੱਗਣੀ ਇਨਕਮ ਦੀ ਗੱਲ ਕੀਤੀ ਸੀ, ਠੀਕ ਹੈ ਨਾ, ਤੇ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਕੀਤੀ ਸੀ। ਲੋਕ ਖਫਾ ਸੀ ਕਿ ਬੀਜੇਪੀ ਨੇ ਚੀਜ਼ਾਂ ਨਹੀਂ ਕੀਤੀਆਂ, ਕਿਉਂਕਿ ਬੇਰੁਜ਼ਗਾਰੀ ਵੀ ਸਭ ਤੋਂ ਵੱਧ ਇਹਨਾਂ ਦੇ ਟਾਈਮ ਦੇ ਵਿੱਚ ਹੀ ਹੈਗੀ ਸੀ। ਬਟ ਆਲ ਆਫ ਸਡਨ ਆ ਕੇ ਇਲੈਕਸ਼ਨ ਦੇ ਨੇੜੇ ਤੇ ਵੋਟਾਂ ਕਿਸ ਦੇ ਨਾਂ ਤੇ? ਇਹਨਾਂ ਦੇ ਨਾਂ ਤੇ ਵੋਟਾਂ ਮੰਗੀਆਂ ਨਹੀਂ, ਵੋਟਾਂ ਮੰਗੀਆਂ ਪੁਲਵਾਮਾ ਦੇ ਨਾਂ ਤੇ, ਵੋਟਾਂ ਮੰਗੀਆਂ ਬਾਲਕੋਟ ਦੇ ਨਾਂ ਤੇ। ਔਰ ਪ੍ਰਚਾਰ ਤੰਤਰ ਇੰਨਾ ਸੀ ਕਿ ਜਿਹੜੀਆਂ ਸਾਰੀਆਂ ਚੀਜ਼ਾਂ ਗੌਨ ਹੋ ਗਈਆਂ, ਸੈਕੰਡਰੀ ਹੋ ਗਈਆਂ, ਔਰ ਪੁਲਵਾਮਾ ਜਿਹੜਾ ਹੈਗਾ ਮੇਨ ਫੈਕਟਰ ਬਣ ਗਿਆ। ਇਸੇ ਤਰ੍ਹਾਂ ਲੇਕਿਨ ਜਦੋਂ ਜਿਮਨੀ ਚੋਣਾਂ ਹੁੰਦੀਆਂ ਨੇ, ਜਿਮਨੀ ਚੋਣਾਂ ਥੋੜੇ ਇਲਾਕੇ ਦੇ ਵਿੱਚ, ਪਰਟੀਕੂਲਰ ਇਲਾਕੇ 'ਚ ਹੁੰਦੀਆਂ ਨੇ, ਔਰ ਦੂਸਰਾ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ, ਔਰ ਲੋਕ ਬੜੇ ਜਾਨੀ ਕਿ ਚੇਤਨ ਹੈਗੇ ਆ। ਤੇ ਜੇ ਤੁਸੀਂ ਇੱਕ ਬੰਦਾ ਉਹਨੂੰ ਛੁਪਾਉਣ ਦੀ ਕੋਸ਼ਿਸ਼ ਵੀ ਕਰਦਾ, ਉਹ ਚੀਜ਼ਾਂ ਛੁਪਦੀਆਂ ਨਹੀਂ। ਅੱਜ ਜਿਹੜੀ ਕਾਰਗੁਜ਼ਾਰੀ ਜਿਹੜਾ ਹੈਗੀ ਹੈ, 2.5 ਸਾਲ ਦੀ ਜਿਹੜੀ ਕਾਰਗੁਜ਼ਾਰੀ ਹੈ, ਉਹ ਬਿਲਕੁਲ ਲੋਕ ਉਸ ਬਾਰੇ ਪੁੱਛਣਗੇ, ਔਰ ਲੋਕ ਚੇਤਨ ਹੈਗੇ, ਉਹਨੂੰ ਸੱਥਾਂ 'ਚ ਖੜਾ ਕੇ ਪੁੱਛਦੇ ਆ। ਔਰ ਮੈਂ ਸਮਝਦਾ ਹੈਗਾ ਇਹ ਜਿਹੜਾ ਪਿਛਲੇ 10 ਸਾਲਾਂ ਦਾ ਜਿਹੜਾ ਰਾਜ ਸੀ ਅਕਾਲੀ ਦਲ ਤੇ ਬੀਜੇਪੀ ਦਾ, ਉਸ ਦਾ ਐਕਸਟੈਂਸ਼ਨ ਪਾਰਟੀ ਹੈਗਾ, ਉਸ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਤਬਦੀਲੀ ਆਈ ਨਹੀਂ ਹੈ। ਖੁਦਕੁਸ਼ੀਆਂ ਪਹਿਲਾਂ ਵੀ ਹੁੰਦੀਆਂ ਸੀ, ਹੁਣ ਵੀ ਹੋ ਰਹੀਆਂ ਨੇ, ਤੇ ਰੁਜ਼ਗਾਰ ਪਹਿਲਾਂ ਵੀ ਹੈ ਨਹੀਂ ਸੀ, ਹੁਣ ਵੀ ਹੈ ਨਹੀਂ ਹੈ, ਔਰ ਜਿਹੜਾ ਹੈਗਾ ਨਸ਼ੇ ਪਹਿਲਾਂ ਵੀ ਸੀ ਤੇ ਹੁਣ ਵੀ ਨੇ। ਇੱਕ ਗੱਲ ਮੈਂ ਲਾਸਟ ਹੋਰ ਕਹਿਣਾ ਚਾਹਾਂਗਾ, ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੁਣ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ, ਇਹਨਾਂ ਨੇ ਵੀ ਕਿਸੇ ਵਕਤ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕੀਤਾ ਸੀ। ਇਹਦਾ ਜਵਾਬ ਮੈਂ ਸਿਰਫ ਇੱਕ ਲਾਈਨ ਦੇ ਨਾਲ ਹੀ ਦੇਣਾ ਚਾਹਾਂਗਾ, ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ, ਅਸੀਂ ਹੋਵਾਂਗੇ 2 ਜਾਂ 4 ਲੋਕੋ, ਖਤਮ ਕੀਤੇ ਏਦਾਂ ਮੁੱਕਣੀ ਨਹੀਂ ਸਾਡੀ ਐਡੀ ਲੰਬੀ ਹੈ ਕਤਾਰ ਲੋਕੋ। ਇਹਨਾਂ ਦੇ ਕਹਿਣ ਨਾਲ ਕੋਈ ਨਹੀਂ ਫਰਕ ਪੈਂਦਾ, ਤੇ ਸੰਘਰਸ਼ ਤੋਂ ਨਿਕਲੀ ਪਾਰਟੀ ਹੈਗੀ ਹੈ। ਲੋਕਾਂ ਦੇ ਮੁੱਦੇ ਉਠਾਉਣਾ ਸਾਡਾ ਕੰਮ ਹੈ, ਔਰ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਵੀ ਅਸੀਂ ਉਸੇ ਤਰੀਕੇ ਨਾਲ ਜਿਹੜੇ ਹੈ ਲੋਕਾਂ ਦੇ ਮੁੱਦੇ ਉਠਾਉਂਦੇ ਰਹਾਂਗੇ। ਠੀਕ ਹੈ। ਮੈਂ ਇੱਕ ਗੱਲ ਗਰਗ ਸਾਹਿਬ ਦੱਸਿਓ, ਮੈਂ ਜਿਹੜੀਆਂ 2 ਚੀਜ਼ਾਂ ਤੁਹਾਨੂੰ ਪਹਿਲਾਂ ਗਣਾਈਆਂ ਸੀਗੀਆਂ, ਕੀ ਸਿਰਫ ਪਾਰਟੀ ਮੈਟਰ ਕਰਦੀ ਹੈ, ਉਮੀਦਵਾਰ ਮੈਟਰ ਨਹੀਂ ਕਰਦਾ? ਕੀ ਭਗਵੰਤ ਮਾਨ ਤੇ ਫੂਲਕਾ ਸਾਹਿਬ ਦੇ ਚਿਹਰੇ ਨੂੰ ਵੋਟ ਨਹੀਂ ਪਈ? ਦੋਨੋਂ ਚੀਜ਼ਾਂ ਮੈਟਰ ਦੋਵੇਂ ਚਿਹਰੇ ਗਾਇਬ ਨੇ ਦੋਵੇਂ ਸੀਟਾਂ, ਕੋਈ ਫਰਕ ਨਹੀਂ ਪਏਗਾ। ਦੇਖੋ
ਹਰਪ੍ਰੀਤ ਜੀ ਇਹ ਤਾਂ ਦੇਖੋ ਨਾ ਬੇਇਨਸਾਫੀ ਹੋਏਗੀ ਸਾਡੇ ਮੈਂ ਨਾਲ ਤੁਹਾਨੂੰ ਜਦੋਂ ਪੁੱਛ ਤੁਸੀਂ ਰਿਹਾ ਗੱਲ ਨਾ, ਕਹਿੰਦੇ ਮੈਂ ਤਾਂ ਤੁਹਾਡੇ ਤੋਂ ਪੁੱਛ ਰਿਹਾ, ਦੇਖੋ, ਦੋ ਮੈਂ ਚੀਜ਼- ਕਹਿ ਨਹੀਂ ਰਿਹਾ, ਮੈਂ ਪੁੱਛ ਰਿਹਾ ਹਾਂ, ਦੋਨੋਂ ਕਿ ਚੀਜ਼ਾਂ। ਫਰਕ ਪਏਗਾ ਭਗਵੰਤ ਮਾਨ ਦੀ ਗੈਰ ਹਾਜ਼ਰੀ ਤੇ ਫੂਲਕਾ ਸਾਹਿਬ ਦੀ ਗੈਰ ਹਾਜ਼ਰੀ ਦਾ ਕਿ ਨਹੀਂ ਪਏਗਾ? ਦੇਖੋ ਫੂਲਕਾ ਸਾਹਿਬ ਗੈਰ ਹਾਜ਼ਰ ਨੇ, ਇਹ ਮੈਨੂੰ ਕੋਈ ਸ਼ੱਕ ਕਹਿਣ ਦੇ ਵਿੱਚ ਕੋਈ ਸ਼ੱਕ ਨਹੀਂ, ਔਰ ਫੂਲਕਾ ਸਾਹਿਬ ਨੇ ਗਲਤ ਕੀਤਾ, ਅਸਤੀਫਾ ਦੇ ਕੇ ਗਲਤ ਕੀਤਾ, ਲੋਕ ਨਾਰਾਜ਼ ਨੇ ਉਸ ਪੱਖੋਂ, ਇਹ ਕਹਿਣ ਦੇ ਵਿੱਚ ਵੀ ਮੈਨੂੰ ਕੋਈ ਯਾਨੀ ਕਿ ਗੁਰੇਜ਼ ਨਹੀਂ ਹੈਗਾ। ਪਰ ਤੁਹਾਡਾ ਇਹ ਕਹਿਣਾ ਸਾਡੇ ਨਾਲ ਨਾ ਇਨਸਾਫੀ ਹੈ ਕਿ ਭਗਵੰਤ ਮਾਨ ਗਾਇਬ ਮਤਲਬ ਹੈਗਾ, as a ਉਮੀਦਵਾਰ, as a ਉਮੀਦਵਾਰ। ਨਹੀਂ ਐਜ਼ ਅ ਉਮੀਦਵਾਰ ਡੈਫੀਨਿਟਲੀ ਹੁਣ ਜਦੋਂ ਜਿਹੜਾ ਹੈਗਾ ਐਮਪੀ ਆਲਰੇਡੀ ਯਾਨੀ ਕਿ ਕੰਮ ਕਰ ਰਿਹਾ ਹੈਗਾ, ਔਰ ਤੇ ਬੈਸਟ ਯਾਨੀ ਕਿ ਐਮਪੀ ਯਾਨੀ ਕਿ ਪਾਰਲੀਮੈਂਟ ਦੇ ਵਿੱਚੋਂ ਕੰਸੀਡਰ ਕੀਤਾ ਗਿਆ, ਤੇ ਨੈਚੁਰਲੀ ਹੈ ਇਹ 22 ਚੋਣਾਂ ਯਾਨੀ ਕਿ ਇਲੈਕਸ਼ਨ ਹੈਗਾ, ਇਸ ਦੇ ਵਿੱਚ ਉੱਥੇ ਜਲਾਲਾਬਾਦ, ਤੁਹਾਡਾ ਕਹਿਣ ਦਾ ਮਤਲਬ ਇਹੀ ਹੈ ਨਾ ਕਿ ਜਲਾਲਾਬਾਦ ਤੋਂ ਇਸ ਟਾਈਮ ਕੈਂਡੀਡੇਟ ਕਿਉਂ ਨਹੀਂ ਹੈਗਾ। ਜਿੱਥੋਂ ਤੱਕ ਭਗਵੰਤ ਮਾਨ ਦਾ ਕੰਸਰਨ ਹੈ, ਤੁਸੀਂ ਪਿਛਲੇ 1 ਮਹੀਨੇ ਜਾਂ 1.5 ਮਹੀਨੇ ਤੁਸੀਂ ਪੂਰੇ ਪੰਜਾਬ ਤੁਹਾਡੇ ਕੋਲ ਹੀ ਰਿਪੋਰਟਸ ਹੋਣਗੀਆਂ, ਆਮ ਆਦਮੀ ਪਾਰਟੀ ਦੇ ਵਿੱਚ ਜਿਸ ਤਰੀਕੇ ਦੀਆਂ ਸਾਡੀਆਂ ਯਾਨੀ ਕਿ ਮੀਟਿੰਗਾਂ ਦੇ ਵਿੱਚ, ਸਾਡੀਆਂ ਰੈਲੀਆਂ ਦੇ ਵਿੱਚ ਆਮ ਮੁਹਾਰੀ ਭੀੜ ਉਸੇ ਤਰ੍ਹਾਂ ਆਣੀ ਸ਼ੁਰੂ ਹੋ ਗਈ ਜਿਸ ਤਰ੍ਹਾਂ 2015 ਦੇ ਵਿੱਚ ਹੁੰਦਾ ਸੀ, ਤੇ ਮੈਨੂੰ ਲੱਗਦਾ ਇਸ ਚੀਜ਼ ਦਾ ਨੈਚੁਰਲੀ ਰਿਫਲੈਕਸ਼ਨ ਇਹਨਾਂ ਵੋਟਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਪਏਗੀ। ਉਮੀਦਵਾਰ ਵੀ ਇੰਪੋਰਟੈਂਟ ਹੁੰਦਾ, ਪਾਰਟੀ ਵੀ ਇੰਪੋਰਟੈਂਟ ਹੁੰਦੀ। ਠੀਕ ਹੈ ਬੈਰਾਗੀ ਸਾਹਿਬ, ਜਿਹੜੀ ਅਸੀਂ ਕਹਿ ਰਹੇ ਹਾਂ ਕਿ ਖਲਾ ਹੈਗਾ, ਤੀਜੀ ਧਿਰ ਦਾ ਖਲਾ ਹੈਗਾ, ਆਮ ਆਦਮੀ ਪਾਰਟੀ ਨੇ ਖਲਾ ਪੂਰਾ ਖੱਪਾ ਭਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀਗੀ, ਹਾਲਾਂਕਿ ਕਾਮਯਾਬ ਪੂਰੀ ਤਰ੍ਹਾਂ ਨਹੀਂ ਹੋ ਪਾਏ। ਇਹ ਕਰਨੇ ਇੱਕ ਵਾਰ ਫਿਰ ਤੋਂ ਉਸ ਖਲਾ ਨੂੰ ਪੂਰਾ ਕਰਨ ਦੇ ਲਈ ਆਮ ਆਦਮੀ ਪਾਰਟੀ ਹੀ ਖੜੀ। ਨਹੀਂ ਹਰਪ੍ਰੀਤ ਜੀ, ਤੇ ਲੋਕ ਵਾਪਸ ਆ ਰਹੇ ਹੈ ਇਹਦੇ ਦੇ ਮੁਤਾਬਕ, ਜਿਵੇਂ ਇਹਨਾਂ ਨੇ ਕਿਹਾ ਕਿ ਰੈਲੀਆਂ ਭਰ ਚਲੋ ਰਹੀਆਂ ਨੇ। ਉਹ ਤਾਂ ਹਰੇਕ ਨੇ ਆਪਦਾ ਸਮਾਨ ਵੇਚਣਾ ਹੁੰਦਾ ਹੈ, ਭਾਵੇਂ ਜਿਹੜੀ ਮਰਜ਼ੀ ਟਿਊਨ ਦੇ ਵਿੱਚ ਵੇਚ ਦੇਣ, ਇਹਨਾਂ ਦੀ ਮਰਜ਼ੀ ਆ। ਸ਼ਾਹਕੋਟ ਵੀ ਇਹਨਾਂ ਦੇ ਅੱਗੇ ਹੀ ਆ, ਤੇ ਲੋਕ ਸਭਾ ਵੀ ਹੁਣੇ ਹੀ ਲੰਘ ਕੇ ਗਈ ਆ। ਮੈਂ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਜ਼ਿਆਦਾ ਪੈਣਾ ਨਹੀਂ, ਪਰ ਬੂਟਾ ਸਾਹਿਬ ਉਹਦਾ ਇਸੇ ਲੋਕ ਸਭਾ ਦੇ ਵਿੱਚ ਜੇਕਰ ਯਾਨੀ ਕਿ ਕੋਈ ਜਿੱਤਿਆ ਤੀਜੀ ਧਿਰ ਦਾ, ਤਾਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਬਹੁਤ ਬਹੁਤ ਮੁਬਾਰਕ ਆ ਜੀ, ਅਸੀਂ ਤੁਹਾਨੂੰ ਬੈਸਟ ਆਫ ਲੱਕ ਕਹਿੰਦੇ ਆ। ਮੈਂ ਕਹਿੰਦਾ ਤੁਸੀਂ 4 ਸੀਟਾਂ ਜਿੱਤੋਗੇ, ਤੇ ਤੁਸੀਂ ਹੋ ਸਕਦਾ ਵਾ ਵੀ ਜਿੰਨੇ ਕਿ ਜਿੱਤੇ ਮੈਂ ਉਹ ਵੀ ਬਚਾ ਕੇ ਰੱਖੋਗੇ। ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਹਰਪ੍ਰੀਤ ਜੀ, ਮੈਂ ਦੱਸਣਾ ਇਹ ਚਾਹੁੰਦਾ ਬਈ, ਇੱਥੇ ਪ੍ਰੋਫੈਸਰ ਸਾਹਿਬ ਨੇ ਵੀ ਕਿਹਾ, ਮੈਂ ਇਹਨਾਂ ਦੇ ਵਿਰੋਧ ਭਾਸ ਦਾ ਨਹੀਂ ਗਾ, ਇਹਨਾਂ ਦੀ ਮੈਂ ਸਟੇਟਮੈਂਟ ਦਾ ਵੀ, ਇੰਟਰਸਟਿੰਗ ਜਿਹੜੀ ਇਲੈਕਸ਼ਨ ਆ ਉਹ ਜਲਾਲਾਬਾਦ ਦੀ ਆ। ਮੈਂ ਨਹੀਂ ਮੰਨਦਾ ਵੀ ਇੰਟਰਸਟਿੰਗ ਜਲਾਲਾਬਾਦ ਦੀ ਆ। ਦੇਖੋ, ਜੇ ਆਪਾਂ ਇਹਨਾਂ ਦੀ ਨੇਚਰ ਦੇਖੀਏ ਇਲੈਕਸ਼ਨਸ ਦੀ, ਜਿਹੜੀ ਜਲਾਲਾਬਾਦ ਦੀ ਸੀਟ ਬਾਈ ਇਲੈਕਸ਼ਨ ਹੋ ਰਹੀ ਆ, ਉਹ ਐਮਪੀ ਸ਼ਿਫਟ ਹੋ ਗਏ ਆ ਬਾਦਲ ਸਾਹਿਬ, ਤਾਂ ਕਰਕੇ ਹੋ ਰਹੀ ਆ। ਬੀਜੇਪੀ ਦੀ ਜਿਹੜੀ ਫਗਵਾੜਾ, ਉਹ ਵੀ ਤਾਂ ਹੀ ਹੋ ਰਹੀ ਆ, ਤੇ ਇੱਕ ਨੈਚੁਰਲ ਕਾਜ਼ ਆ, ਡੈਥ ਕਰਕੇ ਹੋ ਰਹੀ ਆ। ਪਰ ਜਿਹੜੀ ਦਾਖੇ ਦੀ ਇਲੈਕਸ਼ਨ ਆ, ਉਹ ਬੜੀ ਪੰਜਾਬ ਦੇ ਤੀਜੇ ਫਰੰਟ ਦੇ ਜਿਨ੍ਹਾਂ ਨੇ ਦਰਵਾਜ਼ੇ ਖੋਲੇ ਸੀਗੇ, ਤੇ ਜਾਂ ਉਹ ਇਸ਼ੂ ਜਿਹੜਾ ਉਦੋਂ 2.5 ਸਾਲ ਪਹਿਲਾਂ ਪੁਰਾਣੀ ਸਰਕਾਰ ਦੇ ਵਿੱਚ ਵੀ ਅਲਾਈਵ ਰਿਹਾ ਤੇ ਅੱਜ ਵੀ ਜਿਉਂਦਾ ਤਿਉਂ ਪਾ, ਉਸੇ ਇਸ਼ੂ ਨੂੰ ਲੈ ਕੇ ਫੁਲਕਾ ਸਾਹਿਬ ਨੇ ਉਹ ਸੀਟ ਛੱਡੀ ਆ। ਕਿਤੇ ਨਾ ਕਿਤੇ ਆਪਾਂ ਮਿਸ ਕਰਦੇ ਆ ਇਸ ਚੀਜ਼ ਨੂੰ। ਉਹਨਾਂ ਨੇ ਚਲੋ ਇਹ ਕਹਿ ਰਹੇ ਆ ਗਲਤੀ ਕੀਤੀ ਆ, ਨਹੀਂ ਗਲਤੀ ਕੀਤੀ, ਪਰ ਮੈਂ ਕਹਿੰਦਾ ਉਹਨਾਂ ਦਾ ਸਟੈਂਡ ਵਾਜਿਬ ਸੀਗਾ। ਉਹਨਾਂ ਨੇ ਕਿਤੇ ਲੋ ਲਾਲਚ ਮਾਇਆ ਜਾਂ ਇੱਕ ਐਮਪੀ ਬਣਨ ਲਈ ਸੀਟ ਨਹੀਂ ਛੱਡੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਨਿਆਂ ਨਾ ਮਿਲਣ ਕਰਕੇ ਸੀਟ ਛੱਡੀ ਆ। ਮੈਂ ਹਾਲਾਂਕਿ ਉਹਨਾਂ ਨਾਲ ਕੋਈ ਇਹੋ ਜਿਹੀ ਗੱਲ ਨਹੀਂ ਕਿ ਜਿਹੜੀ ਇਹ ਅੱਜ ਗੱਲ ਹੈਗੀ ਆ, ਕਿਉਂਕਿ 7-7 ਘੰਟੇ 8-8 ਘੰਟੇ ਤੁਹਾਡੀਆਂ ਵਿਧਾਨ ਸਭਾ ਦੇ ਵਿੱਚ ਡਿਬੇਟਾਂ ਹੁੰਦੀਆਂ, ਤੁਹਾਡੇ ਮਿਨਿਸਟਰ ਝੋਲੀਆਂ ਤੱਕ ਕੱਢਦੇ ਨੇ ਵੀ ਅਸੀਂ ਐਂ ਕਰ ਦੋ, ਜਿਉਂ ਕਰ ਦੋ, ਤੇ ਉਦੋਂ ਬਾਵਜੂਦ ਵੀ ਟਸ ਤੋਂ ਮਸ ਨਹੀਂ ਹੋ ਰਹੀ ਗਵਰਨਮੈਂਟ। ਤੇ ਮੈਂ ਕਹਿੰਦਾ ਇੱਕ ਸੀਟ ਕੀ ਹੈ ਤੇ ਹਜ਼ਾਰਾਂ ਸੀਟਾਂ ਇਹੋ ਜਿਹੀਆਂ ਕੁਰਬਾਨ ਕਰਨ ਵਾਲੀ ਗੱਲ ਹੋ ਜਾਂਦੀ ਵੀ ਜਿਹੜੀ ਇੰਟਰਸਟਿੰਗ ਸੀਟ ਹੈਗੀ ਆ ਜਿਹੜੀ ਇਸ ਬਾਈ ਇਲੈਕਸ਼ਨ ਦੀ। ਇਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਗੱਲ ਜਾਂਦੀ ਹੈ ਕਿ ਵਿਰੋਧ ਦੇ ਵਿੱਚ ਜਾਂਦੀ ਹੈ? ਇਹ ਕਿਹੜੀ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਫੂਲਕਾ ਸਾਹਿਬ ਨੇ ਉਹ ਸੀਟ ਛੱਡ ਦਿੱਤੀ, ਔਰ ਮੁੱਦਾ ਸੀਗਾ ਕਿ ਤੁਸੀਂ ਚਲੋ ਇਹਨਾਂ ਦਾ ਆਪਦਾ ਉਮੀਦਵਾਰ ਖੜਾ ਕਰਨਗੇ, ਉਹਨਾਂ ਦੇ ਹੱਕ 'ਚ ਜਾਏਗੀ ਜਾਂ ਵਿਰੋਧ 'ਚ ਜਾਏਗੀ? ਮੈਂ ਕੰਪਲੀਟ ਕਰਨਾ ਜੀ, ਮੈਂ ਇੱਕ ਕੁਐਸਚਨ ਹੈ, ਜੇ ਇਹ ਮੁੱਦਾ ਐਡਾ ਇੰਪੋਰਟੈਂਟ ਸੀ ਤੇ ਖਹਿਰਾ ਸਾਹਿਬ ਤੇ ਬਾਕੀਆਂ ਨੇ ਨਾਲ ਕਿਉਂ ਨਹੀਂ ਛੱਡਿਆ? ਨਹੀਂ ਚਲੋ ਵੱਖਰੀ ਗੱਲ ਹੈ, ਮੈਂ ਉਹਦੀ ਕੋਈ ਗੱਲ ਕਰ ਰਿਹਾ ਜੀ। ਖਹਿਰਾ ਸਾਹਿਬ ਨੇ, ਚਿੰਮਾ ਸਾਹਿਬ, ਆਪਾਂ ਇਹਨਾਂ ਗੱਲਾਂ 'ਚ ਪੈ ਗਏ ਤਾਂ ਗੱਲ ਹੋਰ ਕਿਤੇ ਚਲੀ ਜਾਊਗੀ। ਹਾਂ, ਕੋਈ ਨਾ, ਤੁਸੀਂ ਇੰਨਾ ਨਾ ਆਰਾਮ ਨਾਲ ਬੈਠੋ, ਆਪਦੇ ਬਾਰੀ 'ਚ ਬੋਲ ਲਿਓ ਆਰਾਮ ਨਾਲ। ਮੈਨੂੰ ਹਰਪ੍ਰੀਤ ਜੀ ਉਹਨਾਂ ਟਾਈਮ ਦੇ ਦਿਓ। ਇੱਕ ਲੌਜੀਕਲ ਗੱਲ ਕਰਦਾ ਕਿ ਤੁਸੀਂ ਬੜਾ ਵਧਾ ਚੜਾ ਕੇ ਸਾਰਾ ਜਿਹੜਾ ਡਰਾਮਾ ਫੁਲਕਾ ਸਾਹਿਬ ਨੇ ਕੀਤਾ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ। ਫਿਰ ਤੁਸੀਂ ਜਿਹੜੇ ਬਾਕੀ ਪੀਡੀਏ ਦੇ ਮੈਂਬਰ ਹੋ, ਇਹ ਗੁਰੂ ਗ੍ਰੰਥ ਸਾਹਿਬ ਦਾ ਮੁੱਦਾ ਇੱਡਾ ਵੱਡਾ ਹੈ, ਮੈਂ ਕਹਿੰਦਾ ਜੇ ਫੁਲਕਾ ਸਾਹਿਬ ਨੇ ਕੀਤਾ ਚੰਗਾ ਕੀਤਾ, ਤੇ ਤੁਸੀਂ ਬਾਕੀ ਬੈਠੇ ਕੀ ਕਰਦੇ ਹੋ? ਜੇ ਇਸੇ ਤਰ੍ਹਾਂ ਹੀ ਹੱਲ ਹੋਣਾ ਸੀ ਮੁੱਦਾ ਇਹ। ਬਿਲਕੁਲ ਵਿਧਾਨ ਸਭਾ ਦੀ ਗੱਲ ਆ ਗਈ, ਚਲੋ ਆਪਾਂ ਲੈ ਲਈਏ ਹੁਣ ਗੱਲ। ਮੈਂ ਗੱਲ ਸਮਝ ਵੀ ਗਿਆ ਤੇ ਵਿਊਅਰਸ ਵੀ ਸਮਝ ਗਿਆ। ਜਵਾਬ ਕੋਈ ਨਹੀਂ ਹੈ, ਜਵਾਬ ਸੁਣਦਾ ਲਵੋ, ਬੈਰਾਗੀ ਸਾਹਿਬ ਦਾ ਜਵਾਬ ਤੁਹਾਡੇ ਕੋਲੇ ਨਹੀਂ ਹੋਣਾ, ਮੇਰੇ ਕੋਲੇ ਹੈਗਾ, ਮੈਂ ਦਿੰਨਾ, ਸੁਣਦਾ ਲਵੋ, ਥੋੜੀ ਜਿਹੀ ਧੀਰਜ ਰੱਖੋ। ਦੇਖੋ, ਲੜਾਈ ਲੜਨੀ ਆ ਜੀ ਹਰਪ੍ਰੀਤ ਜੀ, ਮੈਂ ਇਹਨਾਂ ਦਾ ਸਵਾਲ ਦੇ ਰਿਹਾ, ਮੈਂ ਆਪਦੀ ਕੰਟੀਨਿਊ ਨਹੀਂ ਕਰ ਰਿਹਾ। ਲੜਾਈ ਲੜਨੀ ਆ, ਕੁਝ ਬਾਹਰ ਜਾ ਕੇ ਲੜਦੇ ਆ, ਕੋਈ ਰੋਸ ਕਰਕੇ ਲੜਦੇ ਆ, ਕੋਈ ਸੀਟ ਛੱਡ ਕੇ ਲੜਦੇ ਆ, ਇੱਕ ਨੌਕ ਕਰਨ ਵਾਲੀ ਗੱਲ ਹੁੰਦੀ। ਅਸੀਂ ਲੜਾਈ ਪੰਜਾਬ ਦੇ ਵਿੱਚ ਅੱਜ ਵੀ ਲੜ ਰਹੇ ਆ। ਅਸੀਂ ਕਾਲਾ ਦਿਵਸ ਮਨਾ ਰਹੇ ਆ 14 ਤਰੀਕ ਨੂੰ, ਸਪੈਸ਼ਲ ਜਿਹੜਾ ਹੈ ਪੀਡੀਏ ਦੇ ਬੈਨਰ ਥੱਲੇ ਵੀ, ਜਿਹੜੀ ਹਜੇ ਤੱਕ ਇਨਸਾਫ ਨਹੀਂ ਮਿਲਿਆ। ਤੇ ਜਿਹੜੇ ਐਮਐਲਏਸ ਚਾਹੇ ਉਹ ਆਪ ਵਾਲੇ ਵੀ ਹੈਗੇ ਆ, ਜੇ ਉਹਨਾਂ ਨੂੰ ਵਧੀਆ ਸੂਟ ਕਰਦਾ ਵੀ ਅਸੀਂ ਵਿਧਾਨ ਸਭਾ ਦੇ ਸਦਨ ਦੇ ਵਿੱਚੋਂ ਲੜਾਈ ਲੜੀਏ, ਤੇ ਅੱਜ ਸਦਨ ਦੇ ਵਿੱਚ ਵੀ ਲੜਾਈ ਲੜੀ ਜਾ ਰਹੀ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਲਈ।
ਇਹ ਸਾਰਾ ਕੁਝ ਲੜਾਈ ਲੜੀ ਜਾ ਰਹੀ ਹੈ ਤੇ ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਣੀ ਹੈ ਲੜਾਈ ਲੜੀ ਜਾਊਗੀ। ਤੇ ਮੇਰੇ ਕਹਿਣ ਦਾ ਮਤਲਬ ਇਹੀ ਆ ਵੀ ਇੱਕ ਇਹ ਇਸ਼ੂ ਜਿਹੜੀ ਦਾਖੇ ਵਾਲੀ ਇਲੈਕਸ਼ਨ ਹੈ ਬੜੀ ਰੌਚਕ ਤੇ ਦੇਖਣ ਵਾਲੀ ਹੋਊਗੀ, ਕਿਉਂਕਿ ਉੱਥੇ ਪੀਡੀਏ ਦੇ ਭਾਈਵਾਲ ਲਿਪ ਵਾਲਿਆਂ ਨੇ, ਲੋਕ ਇਨਸਾਫ ਪਾਰਟੀ ਨੇ ਚੰਗਾ ਤਕਰੀਬਨ 20-25 ਹਜ਼ਾਰ ਨਾਲੋਂ ਐਸਏਡੀ ਨੂੰ ਉੱਥੇ ਪਛਾੜਿਆ ਸੀਗਾ ਤੇ ਉਹ ਸੀਟ ਜਿੱਤੀ ਸੀਗੀ। ਤੇ ਉੱਥੇ ਮੈਨੂੰ ਲੱਗਦਾ ਬੜਾ ਪੋਲੀਟੀਕਲੀ ਇੱਕ ਤੇ ਪੰਜਾਬ ਦੇ ਜਿਹੜੇ ਜਿਉਂਦੇ ਮੁੱਦੇ ਆ ਉਹਨਾਂ ਨੂੰ ਲੈ ਕੇ ਇਲੈਕਸ਼ਨ ਦੇਖਣ ਨੂੰ ਮਿਲੂਗਾ। ਠੀਕ ਹੈ ਪ੍ਰੋਫੈਸਰ ਮਨਜੀਤ ਜੀ, ਕਿ ਵਾਕਈ ਜਿਹੜੀਆਂ ਗੱਲਾਂ ਆਪਾਂ ਵਾਰ-ਵਾਰ ਕਰ ਰਹੇ ਹਾਂ ਕਿ ਆਹ ਮੁੱਦੇ ਨੇ, ਆ ਜਿਹੜੇ ਬੇਅਦਬੀ ਦਾ ਮੁੱਦਾ ਹੈਗਾ, ਬੇਰੋਜ਼ਗਾਰੀ ਦਾ ਮੁੱਦਾ ਹੈਗਾ, ਘਰ ਰੋਜ਼ਗਾਰ ਦਾ ਮੁੱਦਾ ਹੈਗਾ, ਇਹ ਮੁੱਦੇ ਇੱਕ ਸਾਈਡ ਤੇ ਨੇ। ਦੂਜੇ ਪਾਸੇ ਇੱਕ ਚਲੰਤ ਸਰਕਾਰ ਹੁੰਦੀ ਹੈ ਜਿਹਦਾ 2.5 ਸਾਲ ਦਾ ਕਾਰਜਕਾਲ ਵੀ ਪਿਆ ਔਰ ਬੜੇ ਸਾਰੇ ਕਿਉਂਕਿ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ। ਤੁਸੀਂ ਵੇਖੋ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਵੇਂ ਸੁਣਨ ਦੇ ਵਿੱਚ ਆਇਆ ਕਿ ਸਾਰਾ ਤੰਤਰ ਜਿਹੜਾ ਜੁਟਾ ਦਿੱਤਾ ਗਿਆ ਕਿ ਇਹ ਇਲੈਕਸ਼ਨ ਜਿੱਤਣੀਆਂ ਹੀ ਜਿੱਤਣੀਆਂ ਨੇ, ਜ਼ਿੰਮੇਵਾਰੀਆਂ ਫਿਕਸ ਉੱਥੋਂ ਦੇ ਐਮਐਲਏ, ਉੱਥੋਂ ਦੇ ਜਿਹੜੇ ਮੰਤਰੀ ਨੇ ਉਹਨਾਂ ਦੀਆਂ ਕਰ ਦਿੱਤੀਆਂ ਗਈਆਂ ਨੇ। ਇਹ ਫਿਰ ਲੱਗਦਾ ਨਹੀਂ ਕਿ ਚੀਜ਼ਾਂ ਡਾਇਵਰਟ ਹੋ ਜਾਂਦੀਆਂ ਨੇ? ਨਹੀਂ, ਬਿਲਕੁਲ ਇਹ ਥੋੜੀ ਜੀ ਅਨਈਕੁਅਲ ਜੀ ਹੁੰਦੀ ਹੈ ਹਮੇਸ਼ਾ। ਮਤਲਬ ਇਹ ਫਾਈਟ ਜਿਹੜੀ ਆ ਬਰਾਬਰ ਦੀ ਨਹੀਂ ਹੁੰਦੀ ਹੈਗੀ, ਕਿਉਂਕਿ ਜਦੋਂ ਸਾਰੀਆਂ ਪਾਰਟੀਆਂ ਸਾਰੀਆਂ ਸੀਟਾਂ ਤੇ ਚੋਣਾਂ ਲੜਦੀਆਂ ਤੇ ਉਦੋਂ ਇੱਕ ਬਰਾਬਰ ਦਾ ਜ਼ੋਰ ਪੈਂਦਾ ਸਾਰੀਆਂ ਜਗ੍ਹਾ, ਹਰ ਕੋਈ ਆਪੋ ਆਪਣੀ ਜਗ੍ਹਾ ਲੱਗਾ ਹੁੰਦਾ। ਇਹ ਤੇ ਇੱਕ ਪਾਸੇ ਸਰਕਾਰ ਪੂਰੀ ਲੱਗੀ ਹੁੰਦੀ 24 ਸੀਟਾਂ ਤੇ ਹੁਣ ਲੱਗੀ ਹੋਊਗੀ, ਨਾਲ ਹੀ ਉਹਨਾਂ ਦੇ ਐਮਐਲਏ, ਪਾਰਟੀ, ਪੈਸਾ, ਸਾਰਾ ਕੁਝ ਚੱਲਦਾ ਆ। ਤੇ ਇਸੇ ਤਰ੍ਹਾਂ ਵਿਰੋਧੀ ਪਾਰਟੀਆਂ ਵੀ ਆਪਣਾ ਪੂਰਾ ਜ਼ੋਰ ਲਾਉਂਦੀਆਂ ਉਂਝ, ਪਰ ਉਹ ਇਹ ਗੱਲ ਤੁਹਾਡੀ ਠੀਕ ਹੈ ਕਿ ਐਡਵਾਂਟੇਜ ਰਹਿੰਦਾ। ਪਰ ਜਿਹੜੀ ਗੱਲ ਤੁਸੀਂ ਬਾਕੀ ਕਹਿ ਰਹੇ ਆ, ਇੱਕ ਗੱਲ ਇਹ ਕਿ ਕੈਪਟਨ ਸਾਹਿਬ ਨੇ ਇਹ ਕਿਹਾ ਕਿ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਇਹ ਫਰਕ ਕਿਉਂ ਨਹੀਂ ਪੈਂਦਾ? ਤੁਸੀਂ ਹਾਰ ਕੇ ਚਾਰੇ ਸੀਟਾਂ ਕਾਂਗਰਸ ਦੇਖੇ ਤੇ ਕੀ ਪੈਂਦਾ? ਲੋਕੀ ਜੇ ਇੱਥੇ ਖਿੱਚ ਕੇ ਬਾਹਰ ਨਾ ਕਰਨ ਲੱਗ ਜਾਣਗੇ ਅਸੈਂਬਲੀ 'ਚੋਂ, ਇੰਜ ਨਹੀਂ ਹੁੰਦਾ ਹੈ। ਜੇ ਉਹਨਾਂ ਨੇ ਇਹ ਬਿਆਨ ਦਿੱਤਾ ਤੇ ਇਹ ਬੜਾ ਇੱਕ ਗੈਰ ਰਾਜਨੀਤਿਕ, ਗੈਰ ਸਿਆਸੀ ਜਿਹਾ ਬਿਆਨ ਹੈਗਾ ਕਿ ਹਾਂ ਇਹ ਇਸ ਤਰ੍ਹਾਂ ਗੱਲਾਂ ਨੰਬਰ ਗੇਮ ਦੀ ਹੁੰਦੀ ਹੈ, ਗੱਲਾਂ ਨੰਬਰ ਗੇਮ ਦੀ ਨਹੀਂ ਹੈ, ਇੰਪ੍ਰੈਸ਼ਨ ਕੀ, ਜੋ ਪਰਸੈਪਸ਼ਨ ਕੀ ਜਾਣਾ ਕਿ ਇਹਨਾਂ ਦੀ ਜ਼ਮੀਨ ਖੁੱਸ ਗਈ ਆ, ਇਹਨਾਂ ਨੂੰ ਕੋਈ ਚਾਹੁੰਦਾ ਨਹੀਂ। ਅਕਾਲੀ ਦਲ ਦੇ ਹੋਰ ਜਿਹੜੀਆਂ ਵਿਰੋਧੀ ਪਾਰਟੀਆਂ ਸਾਰੀਆਂ ਹੀ ਹੋਣਗੀਆਂ ਉਹਦੇ ਮੋਢਿਆਂ ਤੇ ਚੜ ਕੇ ਬਹਿ ਜਾਣਗੇ। ਇਸ ਤਰ੍ਹਾਂ ਨਹੀਂ ਹੈ, ਉੱਥੇ ਅਸੈਂਬਲੀ 'ਚ ਵੀ ਨਹੀਂ ਕੰਮ। ਅੱਛਾ ਚਲੋ, ਸਰਕਾਰ ਦੇ ਨਾਲ ਵਿਰੋਧੀ ਧਿਰ ਲਈ ਵੀ ਇਹ ਬੜੀਆਂ ਅਹਿਮ ਸੀਟਾਂ ਨੇ, ਚਾਰੋਂ ਦੀਆਂ ਚਾਰੋਂ। ਕਿਉਂਕਿ ਆਮ ਤੌਰ ਤੇ ਅਕਾਲੀ ਦਲ ਕਹਿੰਦਾ ਕਿ ਅਸੀਂ ਮੁੱਖ ਵਿਰੋਧੀ ਤੇ ਆਮ ਆਦਮੀ ਪਾਰਟੀ ਕਹਿੰਦੀ ਹੈ ਅਸੀਂ ਹਾਂ, ਔਰ 4 ਸੀਟਾਂ ਬੜੀਆਂ ਨਿਰਣਾਇਕ ਰਹਿਣ ਵਾਲੀਆਂ ਨੇ। ਹੁਣ ਤੁਸੀਂ ਸ਼ੁਰੂ ਤੋਂ ਹੀ ਜਿਸ ਤਰ੍ਹਾਂ ਕਿਹਾ ਸੀ ਵੀ ਇਹ ਮੁੱਦਿਆਂ ਤੇ ਆ ਜਾਂ ਕਾਹਦੇ ਤੇ ਆ, ਜਾਂ ਇਹਦੇ ਦਾ ਹਰਿਆਣੇ ਦਾ ਕੋਈ ਅਸਰ ਹੋਊਗਾ ਕਿ ਨਹੀਂ, ਜਾਂ ਇਹ ਇੰਡੀਵਿਜੂਅਲ ਪਾਰਟੀਆਂ ਦਾ, ਜਾਂ ਰਿਪੋਰਟ ਕਾਰਡ, ਇਹ ਸਾਰੀਆਂ ਗੱਲਾਂ ਤੁਸੀਂ ਇੰਟਰੋ 'ਚ ਕਹੀਆਂ ਸੀ, ਉਹ ਬੜੀਆਂ ਵਧੀਆ ਗੱਲਾਂ ਸੀ। ਅਸਲ 'ਚ ਜਿਹੜਾ ਜ਼ਿਆਦਾਤਰ ਇਸ ਦੀ ਇੰਟਰਪ੍ਰੀਟੇਸ਼ਨ ਹੋਊਗੀ ਉਹ ਰਿਪੋਰਟ ਕਾਰਡ ਦੇ ਸੈਂਸ ਵਿੱਚ ਹੋਊਗੀ। ਵਿਰੋਧੀ ਪਾਰਟੀਆਂ ਦੇ ਜਿੰਨਾ ਕਿ ਜਿਹਦਾ ਸਾਰਾ ਪਤਾ ਹੀ ਹੈ ਲੋਕਾਂ ਨੂੰ, ਜੇ ਕਾਂਗਰਸ ਨੂੰ ਕਸਾਰਾ ਲੱਗਦਾ ਹੈ ਤਾਂ ਇਹ ਕੁਦਰਤੀ ਹੈ ਕਿ ਲੋਕੀ ਉਹ ਕਹਿਣਗੇ ਕਿ ਯਾਰ ਸਰਕਾਰ ਹੁੰਦਿਆਂ ਹੋਇਆਂ 2.5 ਸਾਲ ਅਜੇ ਸੀ ਵੀ ਜੇ ਜਿੱਤੇ ਨਹੀਂ, ਇਹਦਾ ਮਤਲਬ ਇਹ ਲੋਕਾਂ ਦੇ ਦਿਲਾਂ ਤੋਂ ਬਿਲਕੁਲ ਹੀ ਚਲੇ ਗਏ। 5 ਸਾਲ ਕੱਟਣੇ ਮੁਸ਼ਕਲ ਹੋ ਜਾਂਦੇ। ਇਹਦਾ ਐਡਾ ਵੱਡਾ ਅਸਰ ਹੁੰਦਾ ਆ। ਇਸ ਕਰਕੇ ਮੈਨੂੰ ਲੱਗਦਾ ਕਿ ਇਹ ਕਾਂਗਰਸ ਦਾ ਜੇ ਇਸ ਤਰ੍ਹਾਂ ਉਹਨੂੰ ਉਹ ਲਾਈਟਲੀ ਲੈ ਰਹੇ ਆ ਕਿ ਸਾਡੇ ਨੰਬਰ ਸਾਡੇ ਕੋਲ 87 ਜਾਂ ਇੰਨੇ ਹੈਗੇ ਆ, ਉਹ ਕੋਈ ਇਹੋ ਜਿਹੀ ਗੱਲ ਨਹੀਂ। ਦੂਜੀ ਗੱਲ ਜਿਹੜੀ ਦਾਖੇ ਵਾਲੀ ਜ਼ਰੂਰ ਮੈਂ ਗੱਲ ਕਹਿਣੀ ਚਾਹੁੰਦਾ, ਇੱਥੇ ਬਰਾਗੀ ਜੀ ਕਹਿ ਰਹੇ ਆ, ਦੇਖੋ ਪਿਛਲੀ ਵਾਰੀ ਵੋਟਾਂ ਜਿਹੜੀਆਂ ਪਈਆਂ ਬੈਂਸਾਂ ਨੂੰ ਉਹ ਠੀਕ ਸੀਗੀਆਂ, ਪਰ ਨਾਲ ਹੀ ਇੱਕ ਜਿਹੜਾ ਫੂਲਕਾ ਜੀ ਦੀ ਵੱਡਾ ਚੰਕਿਆ ਉਹ ਕਿੱਧਰ ਨੂੰ ਜਾਊਗਾ, ਗੱਲ ਤੇ ਇਹ ਦੇਖਣ ਵਾਲੀ। ਹੁਣ ਜਿਹੜੀ ਫੂਲਕਾ ਜੀ ਦੀ ਤੁਸੀਂ ਕਹਾਣੀ ਦੱਸ ਰਹੇ ਆ ਉਹਦੇ ਦੋਵੇਂ ਆਸਪੈਕਟ ਹੈਗੇ ਆ। ਇੱਕ ਤੇ ਇਹ ਕਿ ਉਹਨਾਂ ਨੇ ਇਹ ਕਿਹਾ ਕਿ ਦੇਖੋ ਜੀ ਆਹ ਜਿਹੜੀ ਮਾੜੀ ਇੰਨਾ ਹੋਇਆ, ਬੇਅਦਬੀ ਹੋਈ, ਉਹਦਾ ਕੋਈ ਫੈਸਲਾ ਨਹੀਂ ਹੋਇਆ। ਇਹ ਥੋੜੀ ਉਹਨੇ ਕਿਹਾ ਕਿ ਫਲਾਨੀ ਪਾਰਟੀ ਨੂੰ ਅੰਦਰ ਨਹੀਂ ਕੀਤਾ, ਉਹ ਤੇ ਕੋਈ ਵੀ ਨਹੀਂ ਕਹਿ ਸਕਦਾ, ਵਕੀਲ ਹੈਗੇ ਆ। ਪਾਰਟੀ ਦਾ ਤਾਂ ਮੈਂ ਵੀ ਕਿਸੇ ਦਾ ਨਾਂ ਨਹੀਂ ਲਿਆ, ਮੈਂ ਤਾਂ ਕਿਹਾ ਵੀ ਉਹ ਜਸਟਿਸ ਨਹੀਂ ਮਿਲਿਆ। ਸੁਣੋ ਜਸਟਿਸ ਨਹੀਂ ਮਿਲਿਆ, ਇਨਸਾਫ ਨਹੀਂ ਹੋਇਆ, ਇਨਸਾਫ ਨਹੀਂ ਮਿਲਿਆ ਵਿਧਾਨ ਸਭਾ ਦੀ ਡਿਬੇਟ ਹੋਣ ਦੇ ਬਾਅਦ। ਬਿਲਕੁਲ ਕੋਈ ਲੌਜੀਕਲੀ ਉਹਦੀ ਕੋਈ ਜੋ ਕਾਂਗਰਸ ਤੋਂ ਉਮੀਦ ਕੀਤੀ ਜਾਂਦੀ ਸੀ ਨਹੀਂ। ਇਸ ਕਰਕੇ ਇਹਦਾ ਮੇਰੇ ਮੁਤਾਬਕ ਜ਼ਿਆਦਾ ਕਸਾਰਾ ਜਿਹੜਾ ਉਹ ਕਾਂਗਰਸ ਨੂੰ ਲੱਗੂਗਾ ਕਿ ਇੱਕ ਆਦਮੀ ਦੇ ਅਸਤੀਫਾ ਦੇਣ ਤੋਂ ਬਾਅਦ ਉਹ ਇਸ ਕਰਕੇ ਨਾਰਾਜ਼ ਕਰਕੇ ਕਿ ਕਾਂਗਰਸ ਕੁਝ ਕਰ ਨਹੀਂ ਰਹੀ ਹੈ। ਇਸ ਕਰਕੇ ਕਾਂਗਰਸ ਦੇ ਵਿਰੁੱਧ ਵੀ ਉਹ ਉਨਾ ਹੀ ਉਹਨਾਂ ਦਾ ਜਾਊਗਾ। ਜੇ ਅਕਾਲੀਆਂ ਦਾ ਤੁਸੀਂ ਕਹਿ ਰਹੇ ਹੋ, ਮੈਂ ਅਕਾਲੀਆਂ ਦਾ ਨਾਮ ਨਹੀਂ ਲਿਆ ਜੀ, ਤੁਸੀਂ ਪ੍ਰੋਫੈਸਰ ਸਾਹਿਬ ਡਰੈਗ ਨਾ ਕਰੋ। ਸਾਰੇ ਚੀਮਾ ਜੀ ਕਹਿ ਰਹੇ ਸੀ, ਚਲੋ ਚੀਮਾ ਜੀ ਵਿੱਚ ਬੋਲੇ, ਉਹਨਾਂ ਦੀ ਰਿਐਕਸ਼ਨ ਵੱਖਰੀ। ਮੈਂ ਉਹਦੀ ਇੰਪਲੀਸਿਟ ਮੀਨਿੰਗ ਤੁਸੀਂ ਜੇ ਇੱਕ ਬੰਦੇ ਦੀ ਹਮਾਇਤ ਇਸ ਕਰਕੇ ਕਰ ਰਹੇ ਹੋ ਕਿ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਬੜੀ ਸ਼ਰਧਾ ਤੇ ਭਾਵਨਾ ਰੱਖੀ ਹੈ, ਤੇ ਉਹ ਸ਼ਰਧਾ ਭਾਵਨਾ ਦੂਜਿਆਂ ਲਈ ਅਲੱਗ ਕਿਉਂ ਹੈ? ਸਵਾਲ ਇਹ ਵੀ ਚੁੱਕਿਆ ਗਿਆ ਸੀ। ਚੀਮਾ ਸਾਹਿਬ ਇੱਕ ਗੱਲ ਮੈਨੂੰ ਦੱਸੋ, ਚਲੋ ਅਸੀਂ ਕਹਿੰਦੇ ਹਾਂ ਕਿ ਤੁਹਾਡਾ ਹਰਿਆਣਾ ਦੇ ਵਿੱਚ ਅਲਾਈਅੰਸ ਨਹੀਂ ਸੀਗਾ, ਗੱਠਜੋੜ ਨਹੀਂ ਸੀਗਾ, ਪਰ ਜਦੋਂ 3-5 ਕਿਧਰੇ ਹੁੰਦੀ ਉਹਦਾ ਅਸਰ ਤਾਂ ਕਿਤੇ ਨਾ ਕਿਤੇ ਪੈਂਦਾ, ਖਾਸ ਤੌਰ ਤੇ ਹੇਠਲੇ ਲੈਵਲ ਤੇ ਵਰਕਰਾਂ ਤੇ ਤਾਂ ਕੋਈ ਅਸਰ ਪੈਂਦਾ ਕਿ ਨਹੀਂ ਪੈਂਦਾ? ਵੀ ਉਹ ਦੇਖੋ ਜੀ ਉੱਥੇ ਉਹਨਾਂ ਦਾ ਬੰਦਾ ਤੋੜ ਲਿਆ ਤੇ ਇਹਨਾਂ ਨੇ ਉਹਨਾਂ ਦਾ ਬੰਦਾ ਤੋੜ ਲਿਆ, ਤੇ ਆਉਣ ਵਾਲਾ ਭਵਿੱਖ ਸ਼ਾਇਦ ਇੱਥੇ ਵੀ ਐਵੇਂ ਦਾ ਨਾ ਹੋਵੇ। ਦੇਖੋ ਹਰਿਆਣਾ ਦੀ ਇਲੈਕਸ਼ਨ ਜਿਹੜੀ ਸਟੇਟਾਂ ਦੀ ਅਲੱਗ-ਅਲੱਗ ਹੁੰਦੀ ਹੈ, ਪਹਿਲਾਂ ਵੀ ਹਰਿਆਣੇ ਦੇ ਤੇ ਪੰਜਾਬ ਦੇ ਬਹੁਤ ਸਾਰੇ ਮੁੱਦੇ ਹੈਗੇ ਆ। ਇਹ ਤਾਂ ਛੋਟਾ ਮੁੱਦਾ,
ਸਾਡੇ ਪਾਣੀਆਂ ਦੇ ਮੁੱਦੇ, ਕੈਪੀਟਲ ਦੇ ਮੁੱਦੇ, ਹੋਰ ਇੰਨੇ ਮੁੱਦੇ ਆ ਪੰਜਾਬ ਦੇ ਨਾਲ। ਪਰ ਜਦੋਂ ਇਲੈਕਸ਼ਨ ਉੱਥੇ ਸਟੇਟ ਦੀ ਹੁੰਦੀ ਹੈ ਤੇ ਉੱਥੇ ਤੱਕ ਹੀ ਸੀਮਤ ਰਹਿੰਦੀ ਹੈ। ਨਾ ਉਹਨਾਂ ਚੀਜ਼ਾਂ ਦਾ ਕਦੀ ਪੰਜਾਬ ਤੇ ਅਸਰ ਹੋਇਆ, ਨਾ ਪੰਜਾਬ ਵਾਲਿਆਂ ਦਾ ਕਦੀ ਉਧਰ ਅਸਰ ਹੋਇਆ। ਅਲੱਗ-ਅਲੱਗ ਸਟੇਟਾਂ ਦੀਆਂ ਯੂਨਿਟ ਹੈ, ਸਾਡੀ ਵੀ ਉੱਥੇ ਵੱਖਰੀ ਲੀਡਰਸ਼ਿਪ ਹੈ, ਬੀਜੇਪੀ ਦੀ ਵੱਖਰੀ ਲੀਡਰਸ਼ਿਪ ਹੈ, ਉਹਨਾਂ ਦੇ ਆਪਣੇ ਇਸ਼ੂ ਹੁੰਦੇ ਆ। ਪਹਿਲਾਂ ਵੀ ਅਸੀਂ ਬਹੁਤ ਵਾਰੀ ਬੀਜੇਪੀ ਤੋਂ ਵੱਖਰੇ, ਹਮੇਸ਼ਾ ਅਸੀਂ ਇਨੈਲੋ ਦੇ ਨਾਲ ਲੜਦੇ ਰਹੇ ਹਾਂ। ਇਸ ਕਰਕੇ ਪੰਜਾਬ ਦੀ ਸਾਡੀ ਜਿਹੜੀ ਹੈ ਬੜਾ ਲੰਬਾ ਐਕਸਪੀਰੀਅੰਸ ਹੈ ਇਕੱਠੇ ਚੱਲਣ ਦਾ। ਮੇਰਾ ਇੱਕ ਇਲੈਕਸ਼ਨ ਨਹੀਂ, ਬਹੁਤ ਇਲੈਕਸ਼ਨਾਂ ਜਿਹੜੀਆਂ ਹੈਗੀਆਂ ਨੇ ਉਹ ਇਕੱਠੀਆਂ ਲੜੀਆਂ। ਔਰ ਕਈ ਵਾਰ ਆ ਜਾਂਦਾ ਕਿ ਇੱਕ ਅੱਧੇ ਲੀਡਰ ਦਾ ਕੋਈ ਬਿਆਨ ਆ ਜਾਂਦਾ ਤੇ ਬੜਾ ਮੀਡੀਆ ਉਹਨੂੰ ਚੱਕ ਦਿੰਦਾ। ਤੁਸੀਂ ਜਿਹੜੇ ਬਹੁਤ ਸਾਡੇ ਬੈਸਟ ਤੋਂ ਬੈਸਟ ਪੀਰੀਅਡ ਆ, ਉਦੋਂ ਵੀ ਕਈ ਲੀਡਰਾਂ ਦੇ ਬਿਆਨ ਆਉਂਦੇ ਰਹੇ। ਇਸ ਕਰਕੇ ਇਹਨਾਂ ਪਾਰਟੀਆਂ ਨੇ ਸਿੱਖਿਆ ਹੋਇਆ ਕਿ ਨਿੱਕੀ ਮੋਟੀ ਜਿਹੜੀ ਕਿਸੇ ਦੀ ਗੱਲ ਨੂੰ ਪਾਰਟੀਆਂ ਨੇ ਕਦੀ ਬਹੁਤੀ ਅਹਿਮੀਅਤ ਨਹੀਂ ਦਿੱਤੀ। ਠੀਕ ਹੈ, ਗਰਗ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ ਫਿਰ ਮੈਂ ਟਾਈਮ ਘੱਟ ਥੋੜਾ ਮੈਂ ਬਿਲਕੁਲ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਕਿ ਬੀਜੇਪੀ ਤੇ ਅਕਾਲੀ ਦਲ ਦਾ ਕਾਫੀ ਪੁਰਾਣਾ ਜਿਹੜਾ ਹੈਗਾ, ਜਿਹਨੂੰ ਇਹ 9 ਮਾਰਚ ਦਾ ਰਿਸ਼ਤਾ ਕਹਿੰਦੇ ਸੀ, ਅੱਜ ਕੱਲ ਵੱਖਰੀ ਹੈ ਕਿ ਨੂੰਹ ਸੱਸ ਦੇ ਰਿਸ਼ਤੇ 'ਚ ਉਹ ਤਬਦੀਲ ਹੋ ਗਿਆ। ਪੰਜਾਬ ਦੇ ਵਿੱਚ ਦੋ ਚੀਜ਼ਾਂ ਦੇਖਣ ਨੂੰ ਬੜੀਆਂ ਇੰਟਰਸਟਡ ਹੋਣਗੀਆਂ ਨਾ ਜਿਮਨੀ ਚੋਣਾਂ ਦੇ ਵਿੱਚ, ਕਿ ਜਿਹੜੀ ਅਕਾਲੀ ਦਲ ਆ ਹਰਿਆਣੇ ਦੇ ਵਿੱਚ ਕੀ ਕਹਿ ਕੇ ਬੀਜੇਪੀ ਦਾ ਵਿਰੋਧ ਕਰਦੀ ਹੈ ਔਰ ਪੰਜਾਬ ਦੇ ਵਿੱਚ ਕੀ ਕਹਿ ਕੇ ਉਹ ਬੀਜੇਪੀ ਦਾ ਹਮਾਇਤ ਕਰਦੀ ਹੈ। ਇਹ ਲੋਕ ਜ਼ਰੂਰ ਜਾਣੀ ਕਿ ਇਸ ਚੀਜ਼ ਦੇ ਉੱਤੇ ਨਿਗਾਹ ਰੱਖਣਗੇ ਔਰ ਵੇਖਣਗੇ ਵੀ। ਦੂਜੀ ਗੱਲ, ਕਿਉਂਕਿ ਹੁਣ ਤੱਕ ਜਾਣੀ ਕਿ ਪਾਣੀਆਂ ਦੇ ਸਟੈਂਡ ਦੀ ਜੇ ਆਪਾਂ ਗੱਲ ਕਰੀਏ, ਹਰਿਆਣੇ ਦੇ ਵਿੱਚ ਇਹ SYL ਦੇ ਉੱਤੇ ਕੀ ਸਟੈਂਡ ਲਏਗੀ ਔਰ ਪੰਜਾਬ ਦੇ ਵਿੱਚ SYL ਦੇ ਉੱਤੇ ਇਹਨਾਂ ਦਾ ਸਟੈਂਡ ਉਹ ਕੀ ਹੈਗਾ। ਇਹ ਦੋ ਐਸੇ ਮੁੱਦੇ ਹੋਣਗੇ। ਚਲੋ ਆਪਾਂ ਚੋਣ ਪ੍ਰਚਾਰ ਚ ਸਾਹਮਣੇ ਆਈ ਜਾਣਾ, ਬਿਲਕੁਲ ਉਹ ਪ੍ਰਚਾਰ ਪ੍ਰਚਾਰ ਚ ਨਜ਼ਰ ਆਏਗਾ, ਲੈ ਕੇ ਜਿਹੜਾ ਹੈਗਾ ਉਹ ਲੋਕਾਂ ਨੂੰ ਕਿਰਪਾ ਕਰਕੇ ਜ਼ਰੂਰ ਦਿਖਾਉਣਾ ਉਸ ਚੀਜ਼। ਮੈਂ ਤੁਹਾਨੂੰ ਕਲੀਅਰ ਕਰ ਦਿੰਦਾ, ਕੇਜਰੀਵਾਲ ਦਾ ਵੱਖਰਾ ਸਟੈਂਡ ਹੁੰਦਾ। ਇੱਥੇ ਕਾਂਗਰਸ ਵੀ ਲੜਦੀ ਹੈ, ਉੱਥੇ ਵੀ ਲੜਦੀ ਹੈ, ਇੱਥੇ ਬੀਜੇਪੀ ਵੀ ਲੜਦੀ ਹੈ, ਉੱਥੇ ਤੁਹਾਡੇ ਵਾਲਾ ਹੀ ਸਟੈਂਡ ਹੁੰਦਾ ਦਾ ਅਕਾਲੀ ਦਲ ਵੀ ਲੜਦੀ, ਉੱਥੇ ਲੜਦੀ। ਸਿਰਫ ਕੇਜਰੀਵਾਲ ਹੀ ਹੈ ਜਿਹੜਾ ਪੰਜਾਬ ਦੇ ਉਲਟ ਬੋਲਦਾ। ਨਹੀਂ, ਮੇਰਾ ਇੰਨਾ ਹੀ ਕਹਿਣਾ ਸੀਗਾ ਕਿ ਜਿਹੜਾ ਹਰਿਆਣੇ ਵਾਲਾ ਜੋ ਹੋਇਆ, ਜਿਸ ਤਰ੍ਹਾਂ ਵੀ ਹੋਇਆ, ਇਹ ਕੰਗ ਸਾਹਿਬ ਵੀ ਕਹਿੰਦੇ ਆ, ਹੋਰ ਵੀ ਸਾਰੀ ਬੀਜੇਪੀ ਕਹਿ ਰਹੀ ਆ, ਸਾਡਾ ਤੇ ਜੀ ਕੋਈ ਗੱਠਜੋੜ ਨਹੀਂ ਸੀ, ਪਰ ਵਾਅਦਾ ਤੇ ਸੀਗਾ ਅਕਾਲੀਆਂ ਨਾਲ। ਇਸ ਗੱਲ ਦਾ ਬਿਲਕੁਲ ਜੁਆਇੰਟ ਪ੍ਰੈਸ ਹੋਇਆ ਔਰ ਅਮਿਤ ਸ਼ਾਹ ਦੇ ਲੈਵਲ ਦੇ ਉੱਤੇ ਇਹਨਾਂ ਨੂੰ ਸੁਨੇਹਾ ਭੇਜਿਆਗਾ ਪਾਰਟੀ ਨੂੰ। ਔਰ ਮੈਂ ਕਹਿੰਦਾ ਇਹ ਧੋਖਾਧੜੀ ਕੀਤੀ ਔਰ ਉਹਦਾ ਅਸਰ ਲਾਜ਼ਮੀ ਪੰਜਾਬ ਦੇ ਵਿੱਚ ਵੋਟਰਾਂ ਦੇ ਉੱਤੇ ਹੋਊਗਾ ਔਰ ਹੋਣਾ ਵੀ ਚਾਹੀਦਾ ਕਿ ਇਹ ਗੱਲ ਪੰਜਾਬ ਦੇ ਵਿੱਚ ਤੇ ਮੇਰਾ ਖਿਆਲ ਨਹੀਂ ਪੰਜਾਬੀ ਮਨਜ਼ੂਰ ਕਰਨਗੇ ਕਿ ਤੁਸੀਂ ਵਾਅਦਾ ਕਰਕੇ ਮਗਰੋਂ ਮੁੱਕਰ ਜਾਓ ਆਉਣ ਵਾਲੇ, ਕਿਉਂਕਿ ਤੁਸੀਂ ਤਕੜੇ ਆ, ਕਿਉਂਕਿ ਤੁਸੀਂ ਤਕੜੇ ਆ। ਇਸ ਕਰਕੇ ਪਹਿਲਾਂ ਵੀ ਤੇ ਅਕਾਲੀ ਦਲ ਇਸ ਗੱਲ ਦਾ ਰਿਸਪੌਂਸ ਲੋਕ ਪਹਿਲਾਂ ਵੀ ਅਕਾਲੀ ਦਲ ਇਨੋਲੋ ਨਾਲ ਮਿਲ ਕੇ ਲੜਦੀ ਸੀ, ਬੀਜੇਪੀ ਅੱਡ ਲੜਦੀ ਸੀ, ਉਹਦਾ ਪੰਜਾਬ ਤੇ ਕਿੰਨਾ ਕਸਰ ਰਿਹਾ। ਇਸ ਕਰਕੇ ਇਹ ਪੰਜਾਬ ਦੇ ਜਿਹੜੇ ਇਸ਼ੂ ਆ ਔਰ ਤੇ ਸਾਰੇ ਪੰਜਾਬੀ ਇੱਕ ਮੁੱਠ ਹੈ ਔਰ ਕਿਸੇ ਤਰ੍ਹਾਂ ਦੀ ਦੋ ਉਸੇ ਤਰ੍ਹਾਂ ਦੀ ਅਲਾਈਅੰਸ ਤੇ ਕੋਈ ਫਰਕ ਵਾਅਦਾ ਖਿਲਾਫੀ ਥੋੜਾ ਫਰਕ ਸੀਗਾ ਪਿਛਲੀ ਵਾਰ ਤੇ ਇਸ ਵਾਰ ਦੇ ਨਾਲ। ਚਲੋ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ 'ਚ ਬਣੇ ਰਹਿਣ ਦੇ ਲਈ। ਹਲੇ ਸਮਾਂ ਪਿਆ, ਪ੍ਰਚਾਰ ਪ੍ਰਚੂਰ ਜਦੋਂ ਪੱਕੇਗਾ ਫਿਰ ਤੋਂ ਬੁਲਾਵਾਂਗੇ ਸਾਰੇ ਮਹਿਮਾਨਾਂ ਨੂੰ ਔਰ ਦੇਖਾਂਗੇ ਕਿ ਪ੍ਰਚਾਰ ਦੇ ਦੌਰਾਨ ਕਿਹੜੇ ਮੁੱਦੇ ਭਾਰੀ ਰਹਿੰਦੇ ਨੇ, ਉਹ ਮੁੱਦੇ ਜਿਹੜੇ 2017 ਦੇ ਵਿੱਚ ਵਿਚਾਰੇ ਗਏ ਸੀ ਜਾਂ ਉਹ ਮੁੱਦੇ ਜਿਹੜੇ ਹੁਣ ਪੈਦਾ ਹੋਣਗੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।